बंधन पद पंकज बंदन सिमरो अंगद दोख नीकंदन। अमरदास गुर हिरदै त्याओ हिरदै त्याओ। श्री गुरु रामदास गुण गावो। श्री अर्जुन विघ्नन के नासिक विघ्नन के नाशक हर गोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोविंद सिंह विशाला। तरों तरा तर पुन पुन शीस जी पुन पुन शीस। बंदो हों बार बार जगदीश। जिसमें है अमृत ज्ञान है मानक भगत वैराग। श्री गुरु ग्रंथ साहिब उदद बंदो कर अनुराग। एक ओंकार सतगुरु तेह प्रसाद सच होय। वाहिगुरु जी की फतेह। विघ्न विनाशन सोय। वाहिगुरु जी की फतेह। विघ्न विनाशन सोय। तो अजमाइश कर लियो देख, कहे साच सो लेहो परेख। एह जब उत्तर गुरु प्रकाशा, चपलत गए साहो के पासा। परम सन्मान योग चवर छत्र तखत दे मालिक ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਆਓ ਮਹਾਰਾਜ ਜੀ ਕੀ ਅਪਾਰ ਬਖਸ਼ਿਸ਼ ਸਦਕਾ ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਵਿੱਤਰ ਸਥਾਨਾਂ ਤੇ ਜੋ ਨਿਰੰਤਰ ਰੋਜ਼ਾਨਾ ਹੁੰਦੀ ਹੈ, ਚੱਲਦੀ ਆ ਰਹੀ ਲੜੀ ਤਹਿਤ ਕੁਝ ਸਮਾਂ ਮਹਾਰਾਜ ਜੀ ਕੇ ਜੀਵਨ ਬਿਰਤਾਂਤਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ, ਗੁਰੂ ਫਤਿਹ ਨਾਲ ਸਾਂਝ ਪਾਈਏ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੀਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ, ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਮੇਂ ਦੇ ਹੁਕਮਰਾਨ ਬਾਦਸ਼ਾਹ ਨੇ ਲੋਹੇ ਦੇ ਪਿੰਜਰੇ ਅੰਦਰ ਕੈਦ ਕੀਤਾ ਹੈ ਤੇ ਵਾਰ-ਵਾਰ ਆਪਣੇ ਅਹਿਲਕਾਰਾਂ ਨੂੰ ਘੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਹ ਕਹਿ ਰਿਹਾ ਹੈ ਕਿ ਜਾਂ ਤੇ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ। ਜੇ ਦੋਨੋਂ ਪ੍ਰਵਾਨ ਨਹੀਂ ਨੇ ਤਾਂ ਫਿਰ ਆਪ ਜੀਆਂ ਨੂੰ ਕਤਲ ਕਰ ਦਿੱਤਾ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਹਿ ਦਿੱਤਾ ਕਿ ਸਾਨੂੰ ਇਹ ਦੋਵੇਂ ਗੱਲਾਂ ਪ੍ਰਵਾਨ ਨਹੀਂ ਨੇ। ਜਿਸ ਵਕਤ ਮੌਲਾਨਾ ਜੀ ਨੇ ਜਾ ਕੇ ਦੱਸਿਆ ਵੀ ਮਹਾਰਾਜ ਮੰਨਣ ਲਈ ਤਿਆਰ ਨਹੀਂ ਨੇ, ਉਹ ਆਪਣੇ ਹੱਠ ਤੇ ਬੈਠੇ ਨੇ, ਫਿਰ ਇੱਕ ਵਾਰ ਫਿਰ ਕਹਿੰਦਾ ਹੈ ਕਿ ਉਹਨਾਂ ਨੂੰ ਕਹੋ
ਆਪਣੇ ਨਾਮ ਦੇ ਜੋ ਮਾਇਨੇ ਨੇ ਇਹ ਸਾਨੂੰ ਦੱਸਣ ਵੀ ਤੇਗ ਬਹਾਦਰ ਦੇ ਅਰਥ ਕੀ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਫਿਰ ਆਪਣੇ ਮੁਖ ਤੋਂ ਆਪ ਬਖਸ਼ਿਸ਼ ਕੀਤੀ। ਆਪਣੇ ਨਾਮ ਦੇ ਜੋ ਅਰਥ ਨੇ ਉਹ ਆਏ ਹੋਏ ਮੌਲਾਣੇ ਨੂੰ ਦੱਸ ਦਿੱਤੇ ਕਿ ਕਹਿ ਦਿਓ ਤੁਸੀਂ ਬਾਦਸ਼ਾਹ ਨੂੰ ਜਾ ਕਰਕੇ ਕਿ ਤੇਗ ਬਹਾਦਰ ਕੋਈ ਆਮ ਮਨੁੱਖ ਨਹੀਂ ਹੈ। ਇਹ ਨਾਮ ਸਾਡੇ ਪਿਤਾ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦਿੱਤਾ ਹੋਇਆ ਹੈ। ਇਹਦੇ ਮਾਇਨੇ ਤੇਗ ਦੇ ਅਰਥ ਆਪਾਂ ਸਮਝਦੇ ਹਾਂ। ਖੜਗ ਦਾ ਇੱਕ ਨਾਮ ਹੈ, ਕਿਰਪਾਨ ਇਹਦਾ ਅਰਥ, ਬਹਾਦਰ ਸ਼ਬਦ ਦੇ ਅਰਥ ਪਰਾਕਰਮੀ ਯੋਧਾ, ਵੱਡਾ ਬਲੀ, ਜਾਂ ਫਾਰਸੀ ਦੇ ਅੰਦਰ ਇਸ ਸ਼ਬਦ ਦੇ ਅਰਥ ਜਿਹੜੇ ਵਿਦਵਾਨਾਂ ਨੇ ਕੀਤੇ ਨੇ, ਇੱਕ ਬੇਸ਼ਕੀਮਤੀ ਹੀਰਾ ਚਮਕਦਾ ਹੋਇਆ। ਸੋ ਇਸ ਵਿਦ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਸ ਵਕਤ ਇਹਨਾਂ ਨੂੰ ਕਿਹਾ ਕਿ ਇਹ ਸਾਡੇ ਨਾਮ ਦੇ ਅਰਥ ਨੇ, ਇਹ ਮਾਇਨੇ ਨੇ। ਤੇਗ ਫੁਲਾਦੀ ਯਾਦ ਹਲੱਬੀ ਜਾਤ ਨੇਕਨ ਕੇਰਜ ਨੱਬੀ ਕੈਸੀ ਤੀਖਨ ਹੋਏ ਬਨਾਈ ਅਤ ਸੁਖਮ ਧਾਰਾ ਸੁਧਰਾਈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਤੇ ਫਿਰ ਜਿਵੇਂ ਜਾ ਕਰਕੇ ਮੌਲਾਨਾ ਜੀ ਵਾਪਸ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਦੇ ਹਨ, ਤੋਏ ਜਮਾਇਸ਼ ਕਰ ਲਿਓ ਦੇਖ ਕਹੂੰ ਸੱਚ ਲੈ ਲਿਓ ਪਰੇਖ। ਇਹ ਜਬ ਉੱਤਰ ਗੁਰੂ ਪ੍ਰਕਾਸ਼ਾ ਚਪਲਤ ਗਏ ਸ਼ਾਹੂ ਕੇ ਪਾਸਾ। ਮਹਾਰਾਜ ਜੀਆਂ ਨੇ ਜਿਸ ਵੇਦ ਉੱਤਰ ਦਿੱਤਾ ਹੈ ਫਿਰ ਇਹ ਬਾਦਸ਼ਾਹ ਦੇ ਪਾਸ ਜਾ ਕਰਕੇ ਜਿਵੇਂ ਦੱਸਦੇ ਹਨ। ਕਰਾ ਮਾਤ ਪਹਿਲੇ ਨਹਿ ਮਾਨਤ। ਮੌਲਾਨਾ ਕਹਿਣ ਲੱਗਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਪਹਿਲੇ ਤਾਂ ਸਾਡੀ ਬਾਤ ਮੰਨਦੇ ਨਹੀਂ ਸਨ, ਕਰਾਮਾਤ ਵਿਖਾਉਣ ਲਈ ਤਿਆਰ ਨਹੀਂ ਸਨ। ਆਪਨ ਨਾਮ ਪਰ ਅਬੈ ਬਖਾਨਤ। ਲੇਕਿਨ ਹੁਣ ਜਿਸ ਵਕਤ ਆਪਣੇ ਨਾਮ ਦੇ ਮਾਇਨੇ ਦੱਸੇ ਹਨ, ਅਰਥ ਦੱਸੇ ਹਨ, ਤੇ ਹੁਣ ਉਹਨਾਂ ਨੇ ਨਾਮ ਵਿੱਚ ਕਰਾਮਾਤ ਦੱਸ ਦਿੱਤੀ ਹੈ। ਤੇਗ ਦਾ ਧਨੀ, ਤੇਗ ਦੇ ਬਹਾਦਰ, ਤੇ ਜਿਹੜੇ ਖੁਦ ਤੇਗ ਦੇ ਬਹਾਦਰ ਹਨ ਉਹ ਕਦੇ ਕਿਸੇ ਦੇ ਸ਼ਸਤਰਾਂ ਤੋਂ ਡਰਿਆ ਨਹੀਂ ਕਰਦੇ, ਉਹ ਕਿਸੇ ਦੀ ਤੇਗ ਤੋਂ ਕਦੇ ਭੈ ਨਹੀਂ ਖਾਂਦੇ। ਇਸ ਲਈ ਹੁਣ ਆਪਣੇ ਨਾਮ ਦੇ ਵਿੱਚ ਹੀ ਆਪਣੀ ਇਹ ਅੰਦਰ ਦੀ ਕਰਾਮਾਤ ਪ੍ਰਗਟ ਕਰ ਰਹੇ ਹਨ। ਕਹੈ ਸੋ ਦੇਖ ਲਿਓ ਅਜਮਾਏ। ਤੇ ਨਾਲ ਬਾਦਸ਼ਾਹ ਔਰੰਗਜ਼ੇਬ ਇਹ ਵੀ ਕਿਹਾ ਹੈ ਵੀ ਜੇ ਕੋਈ ਸ਼ੰਕਾ ਹੋਵੇ ਨਾ ਤੇ ਆਪਣੀ ਤੇਗ ਅਜਮਾ ਕੇ ਵੇਖ ਲਓ, ਅਸੀਂ ਡਰਨ ਵਾਲਿਆਂ ਅੰਦਰੋਂ ਨਹੀਂ ਹਾਂ। ਤੁਹਾਡੀ ਤੇਗ ਦਾ ਸਾਨੂੰ ਕੋਈ ਭੈ ਨਹੀਂ ਹੈ ਕਿਉਂਕਿ ਸਾਡਾ ਖੁਦ ਦਾ ਨਾਮ ਹੀ ਤੇਗ ਬਹਾਦਰ ਹੈ ਜੀ। ਤਿੱਖੀ ਤੇਗ ਕਾਗਦ ਨਾ ਕਟਾਏ। ਭਾਵ ਜਿਤਨੀ ਤੇਜ ਧਾਰ ਵਾਲੀ ਤੇਗ ਆਪ ਸਾਡੇ ਤੇ ਪਰਖਣਾ ਚਾਹੋ, ਜਿਸ ਵਿਦ ਵੀ ਤੁਹਾਡਾ ਮਨ ਹੋਵੇ, ਜਾਂ ਜਿਵੇਂ ਵਾਰ-ਵਾਰ ਮੌਲਾਨੇ ਕਹਿ ਰਹੇ ਸਨ ਵੀ ਜੇਕਰ ਆਪ ਇਹਨਾਂ ਦੋਨਾਂ ਸ਼ਰਤਾਂ ਨੂੰ ਨਹੀਂ ਮੰਨਦੇ ਤੇ ਬਾਦਸ਼ਾਹ ਦਾ ਹੁਕਮ ਹੈ ਜਲਦੀ ਤੋਂ ਜਲਦੀ ਕਤਲ ਕਰ ਦਿੱਤਾ ਜਾਏ। ਸੋ ਆਪ ਤਿੱਖੀ ਤੇਗ ਲੈ ਕਰਕੇ ਜਿਵੇਂ ਮਰਜ਼ੀ ਸਾਡੇ ਸਾਨੂੰ ਖਾ ਸਕਦੇ ਹੋ, ਸਾਨੂੰ ਇਸ ਬਾਤ ਦਾ ਕੋਈ ਰੰਚਕ ਮਾਤਰ ਵੀ ਪੈ ਨਹੀਂ ਹੈ ਜੀ। ਸੁਣ ਔਰੰਗ ਕੀ ਮਤ ਬੜ ਤੇਗ। ਹੁਣ ਜਿਸ ਵਕਤ ਬਾਦਸ਼ਾਹ ਨੇ ਮੌਲਾਨੇ ਦੇ ਮੁਖ ਤੋਂ ਇਹ ਬਾਤ ਸੁਣੀ ਹੈ ਨਾ, ਤੇ ਫਿਰ ਬਾਦਸ਼ਾਹ ਜਿਵੇਂ ਸੁਣ ਕਰਕੇ ਅੱਗੇ ਆਪਣੇ ਹੁਕਮ ਦਿੰਦਾ ਹੈ ਕਿ ਮਤ ਬੜ ਤੇਗ, ਕੀਮਤ ਤੋਂ ਭਾਵ ਬਹੁਤ ਮਹਿੰਗੇ ਮੁੱਲ ਦੀ ਜੋ ਤੇਗ ਉਸ ਦੇ ਆਪਣੇ ਪਾਸ ਹੈ ਜੀ। ਕਹਿ ਕੋ ਸਪ ਅਨਵਾਏ ਸਬੇਗ। ਉਸ ਨੇ ਉਸੇ ਵਕਤ ਹੀ ਆਪਣੇ ਕੋਸ਼ਬ ਖਜ਼ਾਨਚੀ ਨੂੰ ਕਿਹਾ ਕਿ ਜਿਹੜੀ ਸਾਡੇ ਕੋਸ਼ ਵਿੱਚ ਜਿਹੜੀ ਸਾਡੀ ਸਭ ਤੋਂ ਮਹਿੰਗੇ ਮੁੱਲ ਦੀ ਤੇਗ ਹੈ, ਔਲਾਦੀ ਤੇਗ ਜਿਹੜੀ ਉਹ ਆਪਣੇ ਪਾਸ ਰੱਖਦਾ ਹੈ, ਉਸ ਤੇਗ ਨੂੰ ਕੱਢ ਕੇ ਸਾਡੇ ਹਾਜ਼ਰ ਕੀਤਾ ਜਾਏ। ਲੈ ਨਿਜ ਕਰ ਮੈਂ ਤੁਰਤ ਨਿਕਾਰੀ। ਲੈ ਨਿਜ ਕਰ ਭਾਵ ਆਪਣੇ ਹੱਥ ਵਿੱਚ ਮੰਗਵਾ ਕਰਕੇ ਨਾ ਉਸਨੇ ਫਿਰ ਜਿਵੇਂ ਉਸ ਤੇਗ ਨੂੰ ਮਿਆਨ ਦੇ ਅੰਦਰੋਂ ਕੱਢਦਾ ਹੈ ਜੀ। ਅਤ ਸੈ ਖਰ ਤਾਰਾ ਸੋ ਨਿਹਾਰੀ। ਤੇ ਜਿਵੇਂ ਕੱਢ ਕੇ ਫਿਰ ਇੱਕਦਮ ਵੇਖਦਾ ਹੈ, ਕਿਉਂਕਿ ਜਦੋਂ ਤੇਗ ਨੂੰ ਮਿਆਨ ਵਿੱਚੋਂ ਕੱਢੀਏ ਉਹਦੀ ਇੱਕ ਵੱਖਰੀ ਜਿਹੀ ਆਵਾਜ਼ ਸਾਊਂਡ ਹੁੰਦੀ ਹੈ, ਸਰਰ ਕਰਕੇ ਉਹਦੇ ਅੰਦਰੋਂ ਨਿਕਲਦੀ ਹੈ। ਤੇ ਨਾਲ ਹੀ ਫਿਰ ਬਾਦਸ਼ਾਹ ਉਸ ਦੀ ਜਿਹੜੀ ਤਿੱਖੀ ਧਾਰ ਹੈ, ਫੌਲਾਦੀ ਧਾਰ ਹੈ, ਉਸ ਦੇ ਉੱਪਰ ਝਾਤ ਮਾਰਨ ਲੱਗਾ ਹੈ। ਨਿਜ ਹਾਦੂਰ ਕਾਗਦ ਕੋ ਲੈ ਕੇ। ਨਿਜ ਹਾਦੂਰ ਭਾਵ ਨਾਲ ਖੜੇ ਹੋਏ ਅਹਿਲਕਾਰ ਦੇ ਹੱਥ ਵਿੱਚ ਇੱਕ ਕਾਗਜ਼ ਲੈ ਕਰਕੇ। ਧਾਗੇ ਸੰਗ ਬੰਦਬੋ ਕਹਿ ਕੇ। ਧਾਗੇ ਸੰਦ ਜਿਵੇਂ ਕਿਸੇ ਸ਼ਸਤਰ ਨੂੰ ਪਰਖਿਆ ਜਾਂਦਾ ਹੈ ਨਾ, ਅੱਜ ਵੀ ਆਪਾਂ ਵੇਖਦੇ ਹਾਂ ਜਦੋਂ ਕਿਸੇ ਸ਼ੈ ਦੀ ਧਾਰ ਨੂੰ ਪਰਖਣਾ ਹੋਵੇ
ਤੇ ਵਿਸ਼ੇਸ਼ ਕਿਸਮ ਦੇ ਨਾਲ, ਵਿਸ਼ੇਸ਼ ਤਿਆਰੀ ਦੇ ਨਾਲ ਉਹ ਪਰਖ ਕੀਤੀ ਜਾਂਦੀ ਹੈ। ਜਦੋਂ ਕਿਸੇ ਸ਼ਸਤਰ ਦੀ ਧਾਰ ਪਰਖੀ ਜਾਂਦੀ ਹੈ ਨਾ, ਤੇ ਉਹ ਇਸ ਢੰਗ ਨਾਲ ਪਰਖਦੇ ਨੇ ਕਿ ਕੋਈ ਕਾਗਜ਼ ਆਦਿਕ ਲੈ ਕਰਕੇ ਉਹਨੂੰ ਧਾਗੇ ਨਾਲ ਬੰਨ੍ਹ ਕੇ ਤੇ ਫਿਰ ਉਹਦੇ ਉੱਪਰ ਉਹ ਸ਼ਸਤਰ ਦਾ ਪ੍ਰਹਾਰ ਕਰਨਾ, ਵਾਰ ਕਰਨਾ। ਤੇ ਜੇਕਰ ਸੱਚਮੁੱਚ ਉਸ ਸ਼ਸਤਰ ਦੀ ਜਿਹੜੀ ਧਾਰ ਹੈ ਉਹ ਅਤਿਅੰਤ ਤਿੱਖੀ ਹੈ, ਫਿਰ ਹੁੰਦਾ ਕੀ ਹੈ, ਉਹ ਕਾਗਜ਼ ਦੇ ਬਿਨਾਂ ਹਿੱਲੇ, ਜਾਂ ਇਉਂ ਕਹਿ ਲਈਏ ਵੀ ਉਹਦੇ ਵਿੱਚ ਕੋਈ ਵੱਡੀ ਗਤੀ ਨਾ ਕੀਤੇ ਤੋਂ ਬਿਨਾਂ ਹੀ ਉਹ ਜਿਹੜਾ ਤਿੱਖਾ ਸ਼ਸਤਰ ਹੈ ਉਹਨੂੰ ਅੱਧ ਚੋਂ ਕੱਟ ਕੇ ਸੱਟ ਦਿੰਦਾ, ਤੇ ਇਉਂ ਲੱਗਦਾ ਹੈ ਵੀ ਜਿਵੇਂ ਇਸ ਨੂੰ ਕਿਸੇ ਛੇੜਿਆ ਹੀ ਨਹੀਂ। ਤਿੱਖੀ ਧਾਰ ਨੂੰ ਪਰਖਣ ਦੀ ਇਹ ਜੁਗਤ ਹੈ। ਅਕਸਰ ਬਾਦਸ਼ਾਹ ਲੋਕ ਜਾਂ ਆਪਣੇ ਪੁਰਾਣੇ ਸ਼ਸਤਰ ਜਿਹੜੇ ਹੁੰਦੇ ਸਨ ਉਹਨਾਂ ਨੂੰ ਇਉਂ ਪਰਖਿਆ ਕਰਦੇ ਸਨ ਵੀ ਇਹਦੇ ਅੰਦਰ ਕਿੰਨੀ ਕੁ ਤਿੱਖਮਤਾ ਹੈ, ਇਹਦਾ ਪ੍ਰਹਾਰ ਜਿਹੜਾ ਹੈ ਉਹ ਕਿੰਨੀ ਤੇਜ਼ੀ ਨਾਲ ਹੋ ਸਕਦਾ ਹੈ, ਤੇ ਕਿੱਥੋਂ ਤੱਕ ਇਹ ਜਾ ਸਕਦੀ ਹੈ, ਕਿੰਨਾ ਡੂੰਘਾ ਪ੍ਰਹਾਰ ਕਰ ਸਕਦੀ ਹੈ। ਤੇ ਸਭ ਤੋਂ ਵੱਡੀ ਗੱਲ, ਜਦੋਂ ਸ਼ਸਤਰਾਂ ਨੂੰ ਕੋਈ ਘੜਦਾ ਹੈ ਉਹ ਇਸ ਜੁਗਤ ਨੂੰ ਬਹੁਤ ਜ਼ਿਆਦਾ ਵਰਤਦਾ ਹੈ, ਕਿਉਂਕਿ ਜਿਤਨਾ ਕਿਸੇ ਸ਼ਸਤਰ ਦੀ ਤੇਗ ਧਾਰ ਜਿਹੜੀ ਹੈ ਉਹ ਤਿੱਖੀ ਹੋਵੇਗੀ ਤੇ ਪ੍ਰਹਾਰ ਕਰਨ ਵਾਲੇ ਦਾ ਹੱਥ ਹਮੇਸ਼ਾ ਸੌਖਾ ਰਹਿੰਦਾ ਹੈ। ਜੇ ਘੱਟ ਤਿੱਖੀ ਤੇਗ ਹੋਵੇ ਨਾ, ਜਿਵੇਂ ਆਪਾਂ ਕਹੀਏ ਵੀ ਧਾਰ ਪੂਰੀ ਨਾ ਸਹੀ ਬਣੀ ਹੋਵੇ, ਤੇ ਕਈ ਵਾਰ ਹੁੰਦਾ ਕੀ ਹੈ, ਜਿਹੜਾ ਚਲਾਉਣ ਵਾਲਾ ਯੋਧਾ ਹੋਵੇ ਉਹਦਾ ਡੌਲਾ ਥੱਕ ਜਾਂਦਾ ਹੈ, ਕਿਉਂਕਿ ਉਹ ਪ੍ਰਹਾਰ ਤੇ ਕਰ ਦਿੰਦੀ ਹੈ ਲੇਕਿਨ ਮਗਰ ਖਿੱਚਣੀ, ਵਾਪਸ ਖਿੱਚਣਾ ਉਹਨੂੰ ਬੜਾ ਔਖਾ ਹੁੰਦਾ ਉਹਦੇ ਲਈ। ਇਸ ਲਈ ਜਿਤਨੇ ਵੀ ਲੋਹਾਰੇ ਸ਼ਸਤਰ ਘੜਦੇ ਸਨ ਅਜੋਕੇ ਸਮੇਂ ਜਾਂ ਪੁਰਾਣੇ ਸਮਿਆਂ ਦੇ ਵਿੱਚ, ਜਿੱਥੇ ਜਿੱਥੇ ਵੀ ਸ਼ਸਤਰ ਬਣਦੇ ਸਨ, ਇਸ ਗੱਲ ਦਾ ਬੜਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਸੀ ਕਿ ਸ਼ਸਤਰਾਂ ਦੀ ਧਾਰ ਜਿਹੜੀ ਅਤ ਤੀਖਣ ਹੋਣੀ ਚਾਹੀਦੀ ਹੈ। ਉਹ ਭਾਵੇਂ ਤੇਗ ਹੈ, ਭਾਲਾ ਹੈ, ਹੋਰ ਵੀ ਜਿਤਨੇ ਸ਼ਸਤਰ ਨੇ, ਕਟਾਰ ਨੇ, ਇਹਨਾਂ ਦੀ ਧਾਰ ਵਿਸ਼ੇਸ਼ ਕਰਕੇ ਪਰਖੀ ਜਾਂਦੀ ਹੈ ਵੀ ਐਸਾ ਨਾ ਹੋਵੇ ਸ਼ਸਤਰ ਦਾ ਪ੍ਰਹਾਰ ਹੋਵੇ ਤੇ ਜਦੋਂ ਕਿਸੇ ਪਿੰਡੇ ਤੇ ਪ੍ਰਹਾਰ ਹੋਵੇ ਤੇ ਉਹਦੇ ਸ਼ਸਤਰ ਨਿਕਲੇ ਹੀ ਨਾ। ਫਿਰ ਜਿਹੜੇ ਤੇਜ਼ ਧਾਰ ਹਥਿਆਰ ਸ਼ਸਤਰ ਹੁੰਦੇ ਨੇ ਨਾ, ਉਹਨਾਂ ਦਾ ਨੇਮ ਕੀ ਹੈ ਵੀ ਉਹ ਇਸ ਢੰਗ ਨਾਲ ਅਗਲੇ ਦੇ ਸਰੀਰ ਨੂੰ ਕੱਟਦੇ ਨੇ ਕਿ ਚਲਾਉਣ ਵਾਲੇ ਯੋਧੇ ਦੀ ਬਾਹ ਨੂੰ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਵੇਲੇ ਉਹਨੇ ਉਹਦਾ ਗਲਾ ਵੱਢ ਕੇ ਰੱਖ ਦਿੱਤਾ ਹੈ। ਇੱਕ ਜੁਗਤ ਹੈ ਸ਼ਸਤਰਾਂ ਨੂੰ ਪਰਖਣ ਦੀ। ਬਾਦਸ਼ਾਹ ਨੇ ਕੋਸ਼ ਵਿੱਚੋਂ ਆਪਣੀ ਤਿੱਖੀ ਤੇਗ ਮੰਗਵਾਈ, ਕਿਉਂਕਿ ਉਹ ਚਾਹੁੰਦਾ ਹੈ ਵੀ ਜੇ ਮਹਾਰਾਜਿਆਂ ਨੂੰ ਆਪਣੇ ਨਾਮ ਦੇ ਉੱਪਰ ਇਤਨੀ ਬਖਸ਼ਿਸ਼ ਹੈ, ਗੁਰਦੇਵ ਆਪਣੇ ਨਾਮ ਵਿੱਚ ਇਹ ਸ਼ਬਦ ਤੇਗ ਬਹਾਦਰ ਲਿਖਦੇ ਨੇ, ਤੇ ਮੈਂ ਆਪਣੀ ਤੇਗ ਇਹਨਾਂ ਦੇ ਪਿੰਡੇ ਦੇ ਉੱਪਰ ਹੀ ਪਰਖਣੀ ਹੈ। ਸੋ ਇਸ ਵੇਲੇ ਉਸਨੇ ਉਹ ਤੇਗ ਮੰਗਵਾਈ ਤੇ ਆਪਣੇ ਨਾਲ ਖੜੇ ਹੋਏ ਮੰਤਰੀ ਸੈਨਾਪਤ ਨੂੰ ਕਹਿ ਕਰਕੇ ਕਹਿੰਦਾ ਵੀ ਤੂੰ ਕਾਗਜ਼ ਫੜ ਧਾਗੇ ਨਾਲ, ਤੇ ਉਹ ਆਪਣੀ ਇਸ ਤੇਗ ਦੇ ਧਾਰ ਦੇ ਨਾਲ ਉਸ ਕਾਗਜ਼ ਨੂੰ ਕੱਟਦਾ ਹੈ ਜੀ। ਇੱਕ ਸੈਯਦ ਡਿਗ ਦੇਖਿਓ ਜਵਾਨ, ਸੈਯਦ ਜਿਹੜਾ ਹੈ ਡਿਗ ਦੇਖਿਓ ਜਵਾਨ, ਇਸ ਦੇ ਪਾਸ, ਇਹਦਾ ਨਾਮ ਸਾਡੇ ਇਤਿਹਾਸ ਵਿੱਚ ਸੈਯਦ ਜਲਾਲੂਦੀਨ ਜਾਂ ਇਹਦੇ ਜਿਹੜੇ ਮੁਖੀ ਸੈਯਦ ਸਨ, ਜਿਨ੍ਹਾਂ ਨੂੰ ਖਾਸ ਕਰਕੇ ਇਸੇ ਕਾਰਜ ਲਈ ਇਹਨੇ ਆਪਣੇ ਫੌਜ ਵਿੱਚ ਭਰਤੀ ਕੀਤਾ ਹੋਇਆ ਜਦੋਂ ਕਿਸੇ ਨੂੰ ਕਤਲ ਕਰਨਾ ਹੈ, ਜਿਨ੍ਹਾਂ ਨੂੰ ਆਪਾਂ ਆਪਣੇ ਸ਼ਬਦਾਂ ਵਿੱਚ ਜਲਾਦ ਵੀ ਕਹਿ ਦਿੰਦੇ ਹਾਂ। ਇਸਲਾਮੀ ਮੱਤ ਵਿੱਚ ਖਾਸ ਕਰਕੇ ਉਹਨਾਂ ਨੂੰ ਇੱਕ ਵਿਸ਼ੇਸ਼ ਪਦਵੀ ਸੈਯਦ ਕਰਕੇ ਦਿੱਤੀ ਹੋਈ ਹੈ। ਜਿਹੜਾ ਇਹਦੇ ਪਾਸ ਖੜਾ ਸੀ ਉਹਦੇ ਵੱਲ ਇਸ਼ਾਰਾ ਕਰਕੇ ਇਉਂ ਕਹਿੰਦਾ ਹੈ ਜੀ, ਬਾਹੋ ਬੜੀ ਅਦਕ ਬਲਵਾਨ, ਵੇਖਣ ਲੱਗਾ ਕਹਿਣ ਲੱਗਾ ਤੇਰੇ ਡੌਲਿਆਂ ਵਿੱਚ ਬਹੁਤ ਦਮ ਹੈ, ਤੇਰੇ ਪਾਸ ਬੜੀ ਤਾਕਤ ਮੈਨੂੰ ਨਜ਼ਰ ਆ ਰਹੀ ਹੈ। ਖੇਤਿਕ ਮੁਲਾਨੇ ਅਰ ਉਮਰਾਵ, ਤੇ ਨਾਲ ਇਹਦੀ ਸਭਾ ਦੇ ਕੁਝ ਹੋਰ ਮੁਲਾਣੇ ਜੋ ਇਹਦੀ ਰਾਜ ਸਭਾ ਵਿੱਚ ਬੈਠਦੇ ਹਨ, ਜਿਹੜੇ ਇਹਦੇ ਹਮਾਇਤੀ ਹਨ, ਜਿਹੜੇ ਵਾਰ-ਵਾਰ ਇਸ ਨੂੰ ਕਿਹਾ ਕਰਦੇ ਸਨ ਕਿ ਬਾਦਸ਼ਾਹ ਜਦੋਂ ਤੱਕ ਤੂੰ ਤਖਤ ਤੇ ਸਮੁੱਚਾ ਦੇਸ਼ ਇਸਲਾਮ ਵਿੱਚ ਆ ਜਾਣਾ ਚਾਹੀਦਾ ਹੈ। ਹੋਰ ਕੁਝ ਇਹਦੀ ਸਭਾ ਦੇ ਮੰਤਰੀ ਆਦਿਕ, ਉਮਰਾਵ, ਫੌਜ ਸੈਨਾਪਤੀ ਆਦਿਕ ਜਿਤਨੇ ਵੀ ਹਨ, ਕਰੇ ਸੰਗ ਦੇਖਨ ਚਿਤ ਚਾਵ, ਨਾਲ ਸਾਰੇ ਇਕੱਤਰ ਕਰ ਲਏ ਤੇ ਉਹਨਾਂ ਦੇ ਚਿੱਤ ਵਿੱਚ ਵੀ ਇੱਛਾ ਹੈ ਵੀ ਬੜੇ ਸਮੇਂ ਤੋਂ ਜਿਨ੍ਹਾਂ ਨੂੰ ਕੈਦ ਕੀਤਾ ਹੋਇਆ ਹੈ, ਅੱਜ ਜੋ ਕੁਝ ਹੋਣਾ ਹੈ, ਜਿਸ ਵਿਧ ਹੋਣਾ ਹੈ, ਸਭ ਬੜੇ ਚਾਉ ਸਹਿਤ ਬਾਦਸ਼ਾਹ ਔਰੰਗਜ਼ੇਬ ਦੇ ਹਮਾਇਤੀ ਹੋ ਕੇ ਚੱਲਦੇ ਹਨ। ਸੁਣ ਕੇ ਜਿਸ ਕਿਸ ਨੇ ਨਿਜ ਕਾਨ, ਤੇ ਹੋਰ ਵੀ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਵੀ ਜਿਸ ਕਿਸੇ ਨੇ ਨੇੜੇ ਦੂਰ ਤੋਂ ਸੁਣਿਆ ਨਾ, ਜਿਵੇਂ ਬਾਦਸ਼ਾਹ ਅੱਜ ਪੂਰੇ ਰੌਹ ਵਿੱਚ ਹੈ, ਜੇ ਆਪਣੀ ਤੇਗ ਮੰਗਵਾ ਲਈ ਹੈ ਤੇ ਅੱਜ ਜੋ ਕੁਝ ਹੋਣਾ ਹੈ, ਜਿਵੇਂ ਜਿਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਹਿਲੇ ਹੀ ਮੁੱਖ ਤੋਂ ਉਚਾਰਨ ਕੀਤੀ ਹੈ ਵੀ ਬਾਦਸ਼ਾਹ ਨੇ ਆਹ ਕੁਝ ਕਰਨਾ ਹੈ ਅਖੀਰ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣਦੇ ਸਨ, ਲੇਕਿਨ ਅੱਜ ਇਸ ਨੇ ਆਪਣੀ ਸਾਰੀ ਤਿਆਰੀ ਕੀਤੀ ਤੇ ਇਹ ਸਭ ਕੁਝ ਵੇਖ ਕਰਕੇ ਜਿਤਨੇ ਵੀ
ਇਹਦੇ ਉਹ ਰਾਜ ਅੰਦਰ ਜਾਂ ਆਸ-ਪਾਸ ਜਿਤਨੇ ਵੀ ਮਨੁੱਖ ਹਨ ਉਹ ਸਭ ਜੀ ਹੇਰਤ ਹੇਤ ਚਲੇ ਤਿਸ ਥਾਨ। ਉਹ ਵੀ ਸਾਰੇ ਦੇ ਨਾਲ ਤੁਰ ਪਏ ਉਸ ਪਾਸੇ ਵੱਲ ਨੂੰ ਜਿਸ ਥਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੂੰ ਕੈਦ ਪਾਇਆ ਲੋਹੇ ਦੇ ਪਿੰਜਰੇ ਅੰਦਰ। ਸੋ ਸਭ ਇਹ ਇਉਂ ਕਹਿ ਲਈਏ ਵੀ ਇਹ ਸਭ ਤਮਾਸ਼ਾ ਵੇਖਣ ਦੇ ਲਈ, ਹੇਰਤ ਵੇਖਣ ਦੇ ਲਈ ਉਸ ਪਾਸੇ ਵੱਲ ਤੁਰ ਪਏ ਹਨ ਜਿੱਧਰ ਅੱਜ ਤਿਆਰੀ ਕਰਕੇ ਬਾਦਸ਼ਾਹ ਜਾ ਰਿਹਾ ਹੈ ਜੀ। ਉਤ ਨੁਰੰਗ ਇਮ ਕਰਤੋ ਪਇਓ। ਉਤ ਨੁਰੰਗ, ਇਹ ਤੋਂ ਭਾਈ ਸੰਤੋਖ ਸਿੰਘ ਜੀ ਬਾਤ ਕਰਦੇ ਨੇ ਕਿ ਇੱਧਰ ਜਿਹੜਾ ਬਾਦਸ਼ਾਹ ਹੈ ਨਾ ਆਪਣੇ ਰਾਜ ਅੰਦਰ ਇਹ ਸਭ ਕੁਝ ਕਰ ਰਿਹਾ ਹੈ। ਇਤ ਸਤਿਗੁਰ ਡਿਗ ਸਿੱਖ ਪਹੁੰਚਿਓ। ਇੱਧਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੋ ਕਿ ਜੇਲ੍ਹ ਦੇ ਅੰਦਰ ਕੈਦ ਹਨ ਲੋਹੇ ਦੇ ਪਿੰਜਰੇ ਅੰਦਰ। इधर महाराज जी के पास महाराज का एक सिख पहुंचता है जी। जमादार डिग पहुंचियो सोए। ਹੁਣ ਜਿਹੜਾ ਕਿਲੇ ਦੀ ਰਾਖੀ ਕਰਨ ਵਾਲਾ ਮਨੁੱਖ ਸੀ ਜਮਾਦਾਰ, ਉਹਦੇ ਪਾਸ ਉਹ ਸਿੱਖ ਪਹੁੰਚਿਆ ਹੈ ਜੀ। ਆਖਿਓ ਮਿਲਨ ਗੁਰੂ ਸੰਗ ਹੋਏ। ਤੇ ਉਸਨੇ ਜਾ ਕਰਕੇ ਕਿਹਾ ਵੀ ਮੈਂ ਸਤਿਗੁਰੂ ਜੀ ਦੇ ਨਾਲ ਮੁਲਾਕਾਤ ਕਰਨੀ ਹੈ। ਹੁਣ ਪਿੱਛੇ ਵੀ ਇਹ ਜ਼ਿਕਰ ਆਇਆ ਸੀ ਪ੍ਰਸੰਗ ਵਿੱਚ ਕਿ ਇਹ ਜਿਹੜਾ ਮਹਾਰਾਜ ਜੀ ਕੇ ਉਸ ਕਿਲੇ ਦੇ ਅੰਦਰ ਜਿਹੜਾ ਰੱਖਿਅਕ ਲਾਇਆ ਹੋਇਆ ਹੈ, ਜਿਹੜਾ ਜਮਾਦਾਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਕੌਤਕ ਵੇਖ ਕੇ ਇਤਨਾ ਪ੍ਰਭਾਵਿਤ ਹੋਇਆ ਮਹਾਰਾਜ ਜੀ ਕੇ ਮੁਖ ਦੀ ਨੁਹਾਰ ਤੱਕ ਕਰਕੇ, ਅੰਦਰ ਦੀ ਨਿਰਭੈਤਾ ਤੱਕ ਕਰਕੇ ਵੀ ਇਹ ਗੁਰੂ ਕਾ ਸਿੱਖ ਹੋ ਗਿਆ। ਇਹ ਆਖਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਚਰਨਾਂ ਵਿੱਚ ਬੇਨਤੀ ਇਸਨੇ ਕੀਤੀ ਕਿ ਮਹਾਰਾਜ ਮੈਂ ਤੇ ਹੁਕਮ ਦਾ ਬੱਧਾ ਹੋਇਆ ਹਾਂ, ਵਰਨਾ ਮੇਰਾ ਮਨ ਨਹੀਂ ਕਰ ਰਿਹਾ ਆਪ ਜੀ ਵੱਲ ਤੱਕ ਕਰਕੇ ਕਿ ਅਸੀਂ ਆਪ ਜੀ ਨੂੰ ਕੈਦ ਪਾਈਏ। ਮਹਾਰਾਜ ਨੇ ਇਸ ਨੂੰ ਅਸੀਸ ਦਿੱਤੀ, ਕਿਹਾ ਭਾਈ ਗੁਰਮੁਖਾ ਇਹ ਉਸ ਅਕਾਲ ਪੁਰਖ ਦੀ ਮੌਜ ਹੈ, ਜੋ ਉਸ ਦਾ ਹੁਕਮ ਹੈ ਹੋਣਾ ਉਸੇ ਤਰ੍ਹਾਂ ਹੈ, ਬਸ ਸਾਡੀ ਇੱਕ ਸੇਵਾ ਕਰ ਦੇ ਜੇਕਰ ਤੂੰ ਕਰ ਸਕਦਾ। ਸੋ ਜਿਸ ਵਿਧ ਮਹਾਰਾਜ ਨੇ ਇਸ ਨੂੰ ਸੇਵਾ ਲਾਈ। ਸੇਵਾ ਕੀ ਸੀ ਵੀ ਜੋ ਵੀ ਕੋਈ ਸਿੱਖ ਮਹਾਰਾਜ ਜੀਆਂ ਨੂੰ ਮਿਲਣ ਆਉਂਦਾ ਹੈ ਦੂਰ ਨੇੜੇ ਤੋਂ, ਖਾਸ ਕਰ ਇੱਧਰੋਂ ਅਨੰਦਪੁਰ ਸਾਹਿਬ ਤੋਂ ਜਾਂ ਉੱਥੋਂ ਦਿੱਲੀ ਦੀ ਧਰਤੀ ਤੋਂ, ਮਹਾਰਾਜ ਨੇ ਕਿਹਾ ਬਸ ਉਹਦਾ ਸਾਡੇ ਤੱਕ ਮੇਲ ਕਰਵਾ ਦਿਆ ਕਰ, ਤੇਰੀ ਇਹੀ ਸੇਵਾ ਸਾਡੇ ਗੁਰੂ ਨਾਨਕ ਦੇ ਘਰ ਅੰਦਰ ਪ੍ਰਵਾਨ ਹੈ। ਸੋ ਉਸ ਤੋਂ ਬਾਅਦ ਫਿਰ ਇਸਨੇ ਮਹਾਰਾਜ ਜੀ ਦੇ ਨਾਲ ਸਿੱਖਾਂ ਦਾ ਸੁਮੇਲ ਕਰਵਾਉਣਾ ਪ੍ਰਾਰੰਭ ਕਰ ਦਿੱਤਾ। ਭਾਵੇਂ ਕਿ ਇਹਦੇ ਆਪਣੇ ਲਈ ਇਹ ਬਹੁਤ ਖਤਰੇ ਵਾਲਾ ਕੰਮ ਸੀ, ਹਕੂਮਤ ਦੇ ਬਾਗੀ ਹੋ ਕਰਕੇ ਕਾਰਜ ਹੋ ਰਿਹਾ, ਫਿਰ ਵੀ ਇਸਨੇ ਜਿਵੇਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈਣ ਦੇ ਲਈ ਇਹ ਕਾਰਜ ਕੀਤੇ। ਅੱਜ ਫਿਰ ਇੱਕ ਸਿੱਖ ਆਇਆ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਮਿਲਣਾ ਚਾਹੁੰਦਾ, ਆ ਕੇ ਉਹਨੇ ਇਹਦੇ ਪਾਸ ਬੇਨਤੀ ਕੀਤੀ। ਜਿਵੇਂ ਹੀ ਇਸ ਨੂੰ ਪਤਾ ਲੱਗਿਆ ਕਿ ਮਹਾਰਾਜ ਨੂੰ ਮਿਲਣਾ ਹੈ ਨੇ ਫਿਰ ਇਜਾਜ਼ਤ ਦੇ ਦਿੱਤੀ ਹੈ ਜੀ। ਡਰ ਤੁਰਕਨ ਤੇ ਕਰ ਔਰ ਮਾਹੀ। ਲੇਕਿਨ ਜਿਵੇਂ ਜਿਵੇਂ ਇਹ ਸਭ ਕੁਝ ਕਰਦਾ ਹੈ, ਇੱਧਰ ਇਹ ਜਿਹੜੇ ਹੁਜਤੀ ਤੁਰਕ ਹਨ ਜੋ ਛੋਟੇ ਜਿਹੇ ਜੁਰਮ ਨੂੰ ਲੈ ਕਰਕੇ ਵੀ ਕਈ ਵਾਰ ਮਨੁੱਖ ਨੂੰ ਕਤਲ ਕਰ ਦਿੰਦੇ ਨੇ, ਉਹਦਾ ਡਰ ਵੀ ਉਹਦਾ ਭੈ ਵੀ ਹੈ ਜੀ। ਨਿਜ ਸੰਗ ਲੈ ਗਮਣਿਓ ਗੁਰ ਪਾਹੀ। ਫਿਰ ਵੀ ਇਹ ਜਿਹੜਾ ਤੁਰਕਾਂ ਦਾ ਡਰ ਛੱਡ ਕਰਕੇ ਤਿਆਗ ਕਰਕੇ ਗੁਰੂ ਕੇ ਸਿੱਖ ਨੂੰ ਮਹਾਰਾਜ ਜੀ ਕੇ ਪਾਸ ਉਸ ਸਥਾਨ ਤੇ ਲਿਜਾਂਦਾ ਹੈ ਜਿਸ ਸਥਾਨ ਤੇ ਸਤਿਗੁਰੂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਮਹਾਰਾਜ ਲੋਹੇ ਕੇ ਪਿੰਜਰੇ ਅੰਦਰ ਕੈਦ ਹਨ। ਬੰਧਨ ਕਰ ਸਭ ਕਹੇ ਸੰਦੇਸ਼। ਪ੍ਰਥਮ ਮਹਾਰਾਜ ਜੀ ਕੇ ਸਨਮੁਖ ਪਹੁੰਚਦੇ ਹਨ, ਮਹਾਰਾਜ ਕੋ ਨਮਸਕਾਰ ਕੀਤੀ ਹੈ, ਫਿਰ ਜੋ ਸੁਨੇਹਾ ਆਇਆ ਹੈ ਉਹ ਦੱਸ ਰਹੇ ਹਨ। ਸੁਧ ਹਿਤ ਆਇਓ ਸ੍ਰੀੰਗ ਵਿਸ਼ੇਸ਼। ਸੁਧ ਹਿਤ ਮਹਾਰਾਜ ਇਸ ਸਥਾਨ ਤੇ ਜੋ ਕੁਝ ਵਰਤ ਰਿਹਾ ਹੈ ਉਹ ਸਾਰੇ ਘਟਨਾਕ੍ਰਮ ਦੀ ਸੁਧ ਲੈਣ ਦੇ ਲਈ ਆਪ ਜੀ ਕੇ ਪਾਸ ਇਸ ਸਥਾਨ ਦਿੱਲੀਪੁਰ ਪੁੱਜੇ ਹਾਂ ਜੀ। ਤਬ ਸਤਿਗੁਰ ਸਭ ਬਿਜ ਸਮਝਾਇਓ। ਆਏ ਹੋਏ ਸਿੱਖ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਫਿਰ ਇੱਕ ਵਾਰ ਸਾਰੀ ਜੁਗਤ ਸਮਝਾ ਦਿੱਤੀ ਹੈ ਜੀ। ਅੰਤ ਸਮਾਤਨ ਕੋ ਅਬ ਆਇਓ। ਗੁਰਦੇਵ ਕਹਿਣ ਲੱਗੇ ਭਾਈ ਸਿੱਖਾ ਹੁਣ ਸਾਡੇ ਤਨ ਦਾ ਐਨ ਅਖੀਰਲਾ ਸਮਾਂ ਆ ਗਿਆ ਹੈ, ਹੁਣ ਬਹੁਤ ਜਲਦੀ ਅਸੀਂ ਇਹ ਤਨ ਤਿਆਗ ਦੇਣਾ, ਕਿਉਂਕਿ ਜਿੱਥੋਂ ਤੱਕ ਬਾਦਸ਼ਾਹ ਉੱਤਰ ਆਇਆ ਹੈ ਹੁਣ ਬਹੁਤਾ ਸਮਾਂ ਅੱਗੇ ਗੁੰਜਾਇਸ਼ ਨਹੀਂ ਵੀ ਉਹ ਕੋਈ ਸਾਡੇ ਨਾਲ ਹਲੀਮੀ ਵਰਤੇਗਾ। ਜਿਵੇਂ ਜਿਵੇਂ ਉਹਦੇ ਸੁਨੇਹੇ ਆ ਰਹੇ ਹਨ ਜਲਦੀ ਹੀ ਅਸੀਂ ਇਹ ਪੰਜ ਭੂਤਕ ਸਰੀਰ ਜਿਹੜਾ ਹੈ ਇਸ ਨੂੰ ਤਿਆਗ ਦੇਣਾ ਹੈ ਜੀ। ਰਹੋ ਠੋਰ ਕਾਰ ਗ੍ਰਹਿ ਨੇਰੇ। ਤੇ ਉਸ ਸਿੱਖ ਨੂੰ ਸੇਵਾ ਦੇ ਦਿੱਤੀ ਕਿ ਭਾਈ ਵੇਖੋ ਹੁਣ ਤੁਸੀਂ ਕੋਈ ਬਹੁਤਾ ਦੂਰ ਨਹੀਂ ਜਾਣਾ, ਇੱਥੇ ਹੀ ਇਹ ਕਾਰਗ੍ਰਹਿ ਹੈ ਜਿਹੜੀ ਜੇਲ੍ਹ ਹੈ ਜਿਸ ਥਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੰਦੀ ਬਣਾ ਕਰ ਰੱਖਿਆ ਹੋਇਆ ਹੈ,
ਇਸ ਦੇ ਪਾਸ ਹੀ ਆਪਨੇ ਵਿਚਰਨਾ ਹੈ ਜੀ। ਸੀਸ ਆਏ ਚੋਰੀ ਵਿੱਚ ਤੇਰੇ। ਤੇ ਜਦੋਂ ਕਿਤੇ ਬਾਦਸ਼ਾਹ ਉਜਤ ਕਰੇਗਾ, ਭਾਵ ਸਾਡਾ ਸੀਸ ਜਿਵੇਂ ਕੁਰਬਾਨ ਹੋਵੇਗਾ, ਕਿਉਂਕਿ ਪਤਾ ਨਿਸ਼ਚਾ ਹੈ ਵੀ ਬਾਦਸ਼ਾਹ ਨੇ ਅਖੀਰ ਕਤਲ ਹੀ ਕਰਨਾ ਹੈ, ਮਹਾਰਾਜ ਕੀ ਸ਼ਹਾਦਤ ਹੋਣੀ ਹੈ। ਤੇ ਜਿਵੇਂ ਹੀ ਇਹ ਜਿਹੜਾ ਇਹ ਕੁਝ ਕਾਰਾ ਵਾਪਰੇਗਾ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਸ਼ੀਸ਼ ਹੈ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਸਾਡੇ ਇਤਿਹਾਸਕਾਰ ਇਸ ਸਿੱਖ ਦਾ ਨਾਮ ਭਾਈ ਜੈਤਾ ਜੀ ਕਰਕੇ ਵੀ ਲਿਖਦੇ ਨੇ, ਭਾਈ ਜੀਵਨ ਸਿੰਘ ਜਿਨ੍ਹਾਂ ਨੇ ਅੱਗੇ ਬਖਸ਼ਿਸ਼ ਲਈ ਰੰਗ ਰੇਟੇ। ਸੋ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਸਿੱਖਾ ਹੁਣ ਤੁਸੀਂ ਬਹੁਤਾ ਦੂਰ ਨਾ ਵਿਚਰਿਓ, ਕਿਉਂਕਿ ਸਮਾਂ ਨਜ਼ਦੀਕ ਆ ਚੁੱਕਾ ਹੈ। ਬਾਦਸ਼ਾਹ ਨੇ ਸਭ ਕੁਝ ਕਰਨਾ ਹੈ ਤੇ ਸਾਨੂੰ ਸੀਸ ਦੇਣਾ ਪੈਣਾ ਹੈ, ਪਰੰਤੂ ਗੁਰੂ ਹੁਕਮ ਅਨੁਸਾਰ ਜਿਹੜਾ ਸੀਸ ਹੈ ਉਹ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਤੇ ਉਸ ਤੋਂ ਬਾਅਦ ਦੀ ਜਿਹੜੀ ਸੇਵਾ ਹੈ ਉਹ ਤੁਸੀਂ ਆਪ ਕਰ ਲੈਣਾ ਜੀ। ਬਿਨਾ ਤਰਾਸ ਬਿਨ ਬਿਲਮ ਸਿਧਾਰੋ। ਤੇ ਮਹਾਰਾਜ ਨੇ ਕਹਿ ਦਿੱਤਾ ਕਿ ਭਾਈ ਸਿੱਖਾ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਹੈ, ਭੈ ਨਹੀਂ ਕਰਨਾ, ਗੁਰੂ ਤੁਹਾਡੇ ਅੰਗ ਸੰਗ ਨੇ। ਫਿਰ ਬਿਨਾਂ ਕੋਈ ਦੇਰੀ ਲਾਏ ਆਪ ਇਸ ਸਥਾਨ ਤੋਂ ਰੁਖਸਤ ਹੋ ਜਾਣਾ, ਭਾਵ ਸੀਸ ਲੈ ਕਰਕੇ ਵਾਪਸ ਸਾਡੇ ਲਾਡਲੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਦੇ ਪਾਸ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਾ ਹੈ ਜੀ। ਪਹੁੰਚੋ ਅਨੰਦਪੁਰ ਮੈਂ ਸੰਸਕਾਰੋ। ਤੇ ਜਿਹੜਾ ਸਾਡੇ ਸੀਸ ਦਾ ਸੰਸਕਾਰ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਹੋਣਾ ਚਾਹੀਦਾ। ਵੇਖੋ ਗੁਰਮੁਖੋ ਕਿੰਨੀ ਵੱਡੀ ਭਗਤੀ ਹੈ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ। ਆਪਣੀ ਹਸਤੀ ਦੇ ਅੰਦਰ ਜਿਉਂਦਿਆਂ ਜਾਗਦਿਆਂ ਇਹ ਬਾਤ ਕਹਿਣੀ, ਕਿਸੇ ਆਮ ਮਨੁੱਖ ਦੇ ਲਈ ਇਹ ਬਾਤ ਬਹੁਤ ਕਹਿਣਾ ਇਉਂ ਅਸੀਂ ਕਵਾਂਗੇ ਵੀ ਇਹ ਕੋਈ ਸੌਖੀ ਗੱਲ ਹੈ ਹੀ ਨਹੀਂ। ਲੇਕਿਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਸਾਰੇ ਦੀ ਸਾਰੀ ਜੁਗਤ ਪਹਿਲੇ ਹੀ ਦੱਸ ਦਿੱਤੀ ਹੈ ਕਿ ਭਾਈ ਆ ਕੁਝ ਹੋਣ ਵਾਲਾ ਹੈ, ਇਸ ਲਈ ਸੁਚੇਤ ਰਹੋ ਤੇ ਜਿਵੇਂ ਤੁਹਾਨੂੰ ਸੇਵਾ ਲੱਗ ਰਹੀ ਹੈ ਇਸੇ ਵਿਧੀ ਹੀ ਇਹ ਕਾਰਜ ਕਰਨੇ ਹਨ। ਭਲੇ ਸਮੇਂ ਪਹੁੰਚਿਓ ਅਬ ਆਏ। ਮਹਾਰਾਜ ਨੇ ਕਿਹਾ ਭਾਈ ਸਿੱਖਾ ਭਲਾ ਜੋ ਤੂੰ ਭਲੇ ਸਮੇਂ ਤੇ ਇੱਥੇ ਆ ਕਰਕੇ ਪਹੁੰਚਿਆ ਹੈ ਜੀ। ਸੀਸ ਹਮਾਰੋ ਲੈ ਪਹੁੰਚਾਏ। ਬਸ ਤੇਰੀ ਸਿੱਖਾ ਸੇਵਾ ਇਹੀ ਹੈ ਕਿ ਜਿਹੜਾ ਸਾਡਾ ਸੀਸ ਹੋਵੇਗਾ ਉਸ ਨੂੰ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਉਣਾ ਹੈ ਜੀ। ਸੁਣ ਕੇ ਜਮਾਦਾਰ ਸਿੱਖ ਦੋਏ। ਜਿਸ ਵਕਤ ਮਹਾਰਾਜ ਆਪਣੇ ਮੁਖ ਤੋਂ ਇਹ ਬਖਸ਼ਿਸ਼ ਦੇ ਰਹੇ ਸਨ, ਜਿਹੜਾ ਸਿੱਖ ਆਇਆ ਹੈ ਉਹ ਵੀ ਮਹਾਰਾਜ ਕੇ ਬਚਨ ਸੁਣ ਰਿਹਾ ਹੈ ਤੇ ਜਿਹੜਾ ਇੱਥੇ ਦਰੋਗਾ ਹੈ ਕਿਲੇ ਦਾ, ਜਮਾਦਾਰ ਜੀ ਦਾ ਸ਼ਬਦ ਲਿਖਿਆ, ਉਹ ਵੀ ਇਹ ਬਚਨ ਜਿਹੜਾ ਹੈ ਸੁਣ ਰਿਹਾ ਹੈ ਜੀ। ਚਲਿਓ ਦ੍ਰਿਗੰਤੇ ਜਲ ਤਬ ਰੋਏ। ਇਹ ਮਹਾਰਾਜ ਜੀ ਕੇ ਬਚਨ ਸੁਣ ਕਰਕੇ ਇਹਨਾਂ ਦੋਹਾਂ ਦੇ ਨੇਤਰਾਂ ਦੇ ਵਿੱਚੋਂ ਜਲ ਦੀ ਧਾਰਾ ਵਹਿ ਤੁਰੀ ਹੈ। ਪਤਾ ਲੱਗ ਗਿਆ ਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਾਦਤ ਦਾ ਜਾਮ ਪੀਣਗੇ। ਸੋ ਦੋਨਾਂ ਦੇ ਨੇਤਰਾਂ ਦੇ ਅੰਦਰੋਂ ਜਲ ਵਗ ਰਿਹਾ ਹੈ ਜੀ। ਗੁਰ ਸਮਝਾਏ ਧੀਰ ਤਰੀਜੈ। ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਫਿਰ ਬਚਨ ਕਹੇ ਕਿ ਭਾਈ ਸਿੱਖਾ ਇਹ ਵੇਲਾ ਇਸ ਕਾਰਜ ਦਾ ਨਹੀਂ ਹੈ, ਧੀਰਜ ਧਰੋ, ਧੀਰਜ ਧਰੋ, ਕਿਉਂਕਿ ਇਹ ਜਿਤਨੇ ਵੱਡੇ ਕਾਰਜ ਹਨ ਇਹ ਧੀਰਜ ਯੁਕਤ ਹੀ ਹੋ ਸਕਦੇ ਨੇ, ਧੀਰਜ ਨਾਲ ਹੀ ਹੋ ਸਕਦੇ ਨੇ, ਬਿਨਾਂ ਧੀਰਜ ਤੋਂ ਇਹ ਕਾਰਜ ਸੰਭਵ ਨਹੀਂ ਹਨ। ਪਰਮੇਸ਼ਰ ਕੋ ਸਿਮਰਨ ਕੀਜੈ। ਤੇ ਨਾਲ ਹੀ ਗੁਰਦੇਵ ਕਹਿ ਰਹੇ ਸਨ ਭਾਈ ਸਿੱਖਾ ਧੀਰਜ ਰੱਖੋ ਤੇ ਪਰਮੇਸ਼ਰ ਦਾ ਸਿਮਰਨ ਕਰੋ, ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੋ, ਕਿਉਂਕਿ ਹਰ ਵਕਤ ਸਾਡੀ ਉਹੀ ਸਹਾਇਤਾ ਕਰਦਾ ਹੈ। ਨਿਕਟ ਸੇਵ ਹਿਤ ਸਿੱਖ ਗੁਰ ਦਿੱਤਾ। ਤੇ ਇੱਥੇ ਇੱਕ ਸਿੱਖ ਜਿਹਦਾ ਨਾਮ ਭਾਈ ਗੁਰਦਿੱਤਾ ਹੈ, ਮਹਾਰਾਜ ਜੀ ਕੀ ਸੇਵਾ ਵਿੱਚ ਨਾਲ ਹੀ ਮਹਾਰਾਜ ਜੀ ਕੇ ਵਿਚਰ ਰਿਹਾ ਸੀ, ਜਿਸ ਨੂੰ ਇੱਥੇ ਰੱਖਿਆ ਹੈ ਜੀ। ਤਿਸ ਕੋ ਧੀਰਜ ਬੋਬਿਦ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਪਿਆਰੇ ਸਿੱਖ ਨੂੰ ਵੀ ਬਹੁਤ ਧੀਰਜ ਬਖਸ਼ਿਆ ਹੈ ਜੀ। ਹਮਰੇ ਪਾਛੈ ਛੋਰੈ ਤੋਹੇ। ਮਹਾਰਾਜ ਕਹਿ ਰਹੇ ਸਨ ਕਿ ਭਾਈ ਸਿੱਖਾ ਸਾਡੇ ਤੋਂ ਬਾਅਦ ਨਾ ਇਹ ਜਿਤਨੇ ਵੀ ਹੁਜਤੀ ਲੋਕ ਨੇ ਜਿਨ੍ਹਾਂ ਨੇ ਕੈਦ ਪਾਇਆ ਹੈ ਤੁਹਾਨੂੰ ਰਿਹਾ ਕਰ ਦੇਣਗੇ। ਕਰੋ ਤਥਾ ਜਿਵ ਉਰ ਮੈਂ ਹੋਏ। ਫਿਰ ਜਿਵੇਂ ਤੁਹਾਡੀ ਇੱਛਾ ਹੋਵੇ ਉਸੇ ਤਰ੍ਹਾਂ ਹੀ ਤੁਸੀਂ ਅੱਗੇ ਵਿਚਰ ਸਕਦੇ ਹੋ। ਬੋਲਿਓ ਹੱਥ ਜੋਰ ਮਮ ਆਸਾ। ਤੇ ਜਿਸ ਵਕਤ ਮਹਾਰਾਜ ਨੇ ਬਚਨ ਕਹੇ, ਸਿੱਖ ਜਿਹੜਾ ਸੀ ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸਨਮੁਖ ਹੱਥ ਜੋੜ ਕਰਕੇ ਇਉਂ ਬੇਨਤੀ ਕਰਦਾ ਹੈ। ਇਤੇ ਉਤ ਰਹੋ ਆਪ ਕੋ ਪਾਸਾ। ਕਹਿਣ ਲੱਗਾ ਮਹਾਰਾਜ ਹੁਣ ਤੱਕ ਜਦੋਂ ਵੀ ਮੈਂ ਰਿਹਾ ਆਪ ਜੀ ਕੀ ਹਜ਼ੂਰੀ ਅੰਦਰ ਰਿਹਾ, ਆਪ ਜੀ ਕੀ ਸੇਵਾ ਕਰਦਾ ਰਿਹਾ, ਬਾ ਜੀਵਨ ਆਪ ਜੀ ਕੇ ਚਰਨਾਂ ਅੰਦਰ ਸੇਵਾ ਲਈ ਹੈ ਜੀ। ਨੈ ਪਾਛੇ ਮੈਂ ਜੀਵਨ ਕਰਹੋ। ਤੇ ਜੇਕਰ ਆਪ ਜੀ ਇੱਥੇ ਸ਼ਹਾਦਤ ਨੂੰ ਪ੍ਰਾਪਤ ਹੋ ਜਾਂਦੇ ਹੋ ਤੇ ਆਪ ਜੀਆਂ ਤੋਂ ਪਿੱਛੇ ਫਿਰ ਸਾਡਾ ਰਹਿਣਾ ਸੰਸਾਰ ਵਿੱਚ ਕਾਹਦਾ ਰਹਿਣਾ ਹੈ। ਗੁਰੂ ਸ਼ਹੀਦ ਹੋ ਜਾਵੇ ਤੇ ਸਿੱਖ ਉਦਾਂ ਹੀ ਰਵੇ,
ਇਹ ਨਹੀਂ, ਇਹ ਬਰਦਾਸ਼ਤ ਕਰਨਾ ਮੁਸ਼ਕਲ ਹੈ ਜੀ। ਤਾਤ ਕਾਲ ਨਿਜ ਪ੍ਰਾਨਨ ਹਰ ਹੋ। ਆਪ ਹੀ ਬਖਸ਼ਿਸ਼ ਕਰੋ ਵੀ ਇਹ ਜਿਹੜਾ ਸਰੀਰ ਹੈ ਸਾਡਾ ਵੀ, ਇਹਦੇ ਅੰਦਰੋਂ ਪ੍ਰਾਣ ਜਿਹੜੇ ਹਨ ਜਾਂ ਤੇ ਇੱਥੇ ਸ਼ਹਾਦਤ ਵਰਤਤੀ ਜਾਂ ਉਹਦਾ ਇਹਦੇ ਪ੍ਰਾਣ ਛੁੱਟ ਜਾਣ। ਸੁਨ ਸਤਿਗੁਰ ਤੈ ਬਾਕ ਬਖਾਨ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਨਾਲ ਹੀ ਆਪਣੇ ਮੁਖ ਤੋਂ ਇਉਂ ਵਚਨ ਕਹੇ ਹਨ। ਪੰਜ ਕੋਸਪੁਰ ਤੇ ਤੁਮ ਥਾਨਾ। ਇੱਥੋਂ ਪੰਜ ਕੋਹ ਤੇ ਭਾਈ ਇੱਕ ਸਾਡਾ ਹੋਰ ਅਸਥਾਨ ਹੈ। ਦਿੱਲੀ ਤੋਂ ਪੰਜ ਕੋਹ ਨੂੰ ਜੇ ਆਗਰੇ ਵਾਲੇ ਪਾਸੇ ਜਾਈਏ ਤੇ ਉੱਥੇ ਇੱਕ ਹੋਰ ਅਸਥਾਨ ਹੈ ਜੀ। ਭਾਈ ਬ੍ਰਿੰਦ ਰਿਓ ਇੱਕ ਬਾਰੀ। ਉਹ ਪਵਿੱਤਰ ਸਥਾਨ, ਉਸ ਸਥਾਨ ਤੇ ਭਾਈ ਬ੍ਰਿੰਦ ਰਿਓ ਇੱਕ ਬਾਰੀ। ਸਾਡੇ ਅਨੰਨ ਪਿਆਰੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਯਾਦ ਵਿੱਚ ਬਣਿਆ ਹੋਇਆ ਸਥਾਨ ਹੈ ਬੁੱਢਾ ਦਵਾਰ ਜਾਂ ਬੁੱਢਾ ਦਰ। ਇਸ ਤਰੀਕੇ ਦੇ ਨਾਲ ਇਤਿਹਾਸ ਵਿੱਚ ਉਹਦਾ ਨਾਮ ਹੈ। ਸਾਡੇ ਇਤਿਹਾਸਕਾਰ ਕਹਿੰਦੇ ਨੇ ਵੀ ਇਹ ਅਸਥਾਨ ਜਿਹੜਾ ਹੈ ਉਸ ਵਕਤ ਆਬਾਦ ਹੋਇਆ ਜਿਸ ਵਕਤ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਜੇਲ੍ਹ ਵਿੱਚ ਕੈਦ ਸਨ ਤੇ ਇਧਰੋਂ ਬਾਬਾ ਬੁੱਢਾ ਸਾਹਿਬ ਪੰਜਾਬ ਦੇਸ਼ ਦੀ ਧਰਤੀ ਤੋਂ ਸਿੱਖਾਂ ਦੀ ਚੌਂਕੀ ਲੈ ਕਰਕੇ ਤੇ ਗਵਾਲੀਅਰ ਦਰਸ਼ਨ ਕਰਨ ਦੇ ਲਈ ਗਏ ਸਨ। ਉਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੇ ਇੱਕ ਰਾਤ ਵਿਸਾਰੀ ਗੁਜ਼ਾਰੀ, ਜਿੱਥੇ ਡੇਰਾ ਕੀਤਾ ਉਸ ਸਥਾਨ ਦਾ ਨਾਮ ਡੇਰਾ ਬੁੱਢਾ ਪੈ ਗਿਆ। ਸੋ ਇਸ ਵੇਲੇ ਇੱਥੋਂ ਪੰਜ ਕੋਹ ਦੀ ਦੂਰੀ ਤੇ ਇੱਕ ਪਵਿੱਤਰ ਸਥਾਨ ਹੈ ਜੀ। ਗੁਰੂ ਗਵਾਲੀਅਰ ਕੇਰ ਮਜਾਰੀ। ਉਸ ਵਕਤ ਉਹ ਸਥਾਨ ਪ੍ਰਗਟ ਹੋਇਆ ਸੀ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਿਤਾ ਗੁਰਦੇਵ ਗਵਾਲੀਅਰ ਦੀ ਕੈਦ ਅੰਦਰ ਸਨ। ਤਬੈ ਤੁਰਗਮ ਲੈ ਸੰਗ ਸਾਰੇ। ਹੁਣ ਉਸ ਵਕਤ ਤਬੈ ਤੁਰੰਗਮ ਲੈ ਸੰਗ ਸਾਰੇ, ਉਸ ਵਕਤ ਘੋੜੇ ਆਦਿਕ ਲੈ ਕਰਕੇ ਉਸ ਥਾਂ ਤੇ ਠਹਿਰੇ ਸਨ। ਤੈ ਥਿਰ ਕਰੇ ਤਿਰਨ ਕੋ ਚਾਰੇ। ਉਸ ਥਾਂ ਤੇ ਘੋੜਿਆਂ ਨੂੰ ਪੱਠਾ ਦਾਣਾ ਆਦਿਕ ਪਾਇਆ ਤੇ ਗੁਰੂ ਕੇ ਸਿੱਖਾਂ ਹਿਤਿ ਲੰਗਰ ਪ੍ਰਸ਼ਾਦ ਆਦਿਕ ਵਰਤਿਆ ਹੈ। ਤਹਾਂ ਜਾਏ ਤਜੀਐ ਨਿਜ ਪ੍ਰਾਣ। ਆਪ ਉਸ ਸਥਾਨ ਤੇ ਚਲੇ ਜਾਣਾ ਕਰਤਾਰ ਦੀ ਮੌਜ ਵਿੱਚ। ਉਸ ਸਥਾਨ ਤੇ ਆਪ ਜੀ ਕੇ ਪ੍ਰਾਣ ਜਿਹੜੇ ਹਨ ਉਹ ਛੁੱਟ ਜਾਣਗੇ। ਤੀਜੈ ਹਮਰੇ ਸੰਗ ਪਿਆਨ। ਤੇ ਇਸੇ ਤਰ੍ਹਾਂ ਜਿਵੇਂ ਆਪ ਜੀ ਕੀ ਮੌਜ ਹੈ ਆਪ ਸਾਡੇ ਨਾਲ ਹੀ ਗੁਰਪ੍ਰਵਾਸੀ ਹੋ ਜਾਓਗੇ। ਅਕਾਲ ਪੁਰਖ ਪ੍ਰਮਾਤਮਾ ਅੰਦਰ ਭੇਦ ਹੋ ਜਾਓਗੇ ਜੀ। ਕੈ ਸਭ ਕੋ ਦਿਓ ਹਟਾਏ। ਇਸ ਵਿਦਨਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਮੁਖ ਤੋਂ ਇਹ ਬਚਨ ਸੁਣਾ ਕਰਕੇ ਸਭ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਹੈ। ਜਮਾਦਾਰ ਸਿੱਖ ਪੈ ਬਿਸਮਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਸਾਂ ਦੇ ਰਹੇ ਸਨ, ਅਗੰਮੀ ਗਿਆਨ ਦੱਸ ਰਹੇ ਸਨ। ਇਧਰੋਂ ਸਿੱਖ ਆਇਆ ਹੋਇਆ ਸਿੱਖ ਤੇ ਨਾਲ ਜਿਹੜਾ ਦਰੋਗਾ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਪਾਵਨ ਮੁਖ ਵੱਲ ਤੱਕ ਰਹੇ ਸਨ ਤੇ ਨਾਲ ਹੀ ਹੈਰਾਨ ਹੋ ਰਹੇ ਸਨ। ਇਤਨੇ ਵਿਖੇ ਸਕਲ ਚਲ ਆਏ। ਇਤਨਾ ਕੁ ਸਮਾਂ ਲੱਗਾ ਕਿ ਉਧਰੋਂ ਬਾਦਸ਼ਾਹ ਔਰੰਗਜ਼ੇਬ ਤੇ ਉਹਦੇ ਮੌਲਾਣੇ ਹੋਰ ਮੰਤਰੀ ਆਦਿ ਇੱਕ ਵੱਡਾ ਹਜੂਮ ਇਕੱਤਰ ਹੋ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਪਾਸ ਉਸ ਸਥਾਨ ਤੇ ਪਹੁੰਚਦੇ ਹਨ ਜਿੱਥੇ ਗੁਰਦੇਵ ਨੂੰ ਕੈਦ ਪਾਇਆ ਹੈ। ਅਦਮ ਸਾਦੇ ਤੇਗ ਪਠਾਏ। ਅਦਮ ਸ਼ਾਹ ਦੇ ਤੇਗ ਪਠਾਏ। ਅਦਮ ਬਾਦਸ਼ਾਹ ਨੇ ਆਪਣੀ ਉਹ ਤਿੱਖੀ ਤੇਗ ਆਪਣੇ ਇੱਕ ਸੈਦ ਨੂੰ ਦਿੱਤੀ ਹੈ ਤੇ ਉਸ ਨੂੰ ਨਾਲ ਲੈ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਆਉਂਦਾ ਹੈ। ਇਕ ਸਤਿਗੁਰ ਕੋ ਕੀਨ ਬਖਾਨ। ਫਿਰ ਜਿਵੇਂ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਆਏ ਮਹਾਰਾਜ ਜੀ ਦਾ ਦਰਸ਼ਨ ਹੋਇਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲ ਤੱਕ ਕਰਕੇ ਫਿਰ ਆਪਣੇ ਮੁਖ ਤੋਂ ਇਉਂ ਕਹਿ ਰਹੇ ਹਨ। ਜਿਮ ਤੁਮ ਕਹਿਓ ਸਾਹ ਸੁਨ ਕਾਨ। ਮੌਲਾਨਾ ਜੀ ਕਹਿਣ ਲੱਗੇ ਜਿਵੇਂ ਤੁਸੀਂ ਆਪਣੇ ਨਾਮ ਦੇ ਅਰਥ ਦੱਸੇ ਸਨ ਅਸੀਂ ਜਾ ਕੇ ਆਪਣੇ ਬਾਦਸ਼ਾਹ ਨੂੰ ਦੱਸ ਦਿੱਤਾ ਤੇ ਬਾਦਸ਼ਾਹ ਨੇ ਉਹ ਸਾਰੀ ਵਿਦਿਆ ਆਪਣੇ ਕੰਨੀ ਸੁਣ ਲਈ ਹੈ। ਅਜ਼ਮਤ ਨਾਮ ਹੇਤ ਪਤਿਆਵਨ। ਅਜ਼ਮਤ ਨਾਮ ਦੀ ਜਿਹੜੀ ਅਜ਼ਮਤ ਹੈ, ਨਾਮ ਦੀ ਜਿਹੜੀ ਬਖਸ਼ਿਸ਼ ਹੈ, ਜਿਵੇਂ ਆਪ ਜੀ ਦਾ ਨਾਮ ਤੇਗ ਬਹਾਦਰ ਹੈ ਤੇ ਬਾਦਸ਼ਾਹ ਨੇ ਪੁੱਛਿਆ ਮਾਇਨੇ ਦੱਸੋ, ਆਪਨੇ ਕਹਿ ਦਿੱਤਾ ਵੀ ਇਹ ਨਾਮ ਕੋਈ ਆਮ ਨਾਮ ਨਹੀਂ ਹੈ। ਸੋ ਤੁਹਾਡੇ ਨਾਮ ਦੀ ਪਰਖ ਕਰਨ ਦੇ ਲਈ ਆਪਣੀ ਫੌਲਾਦੀ ਤੇਗ ਲੈ ਕਰ ਬਾਦਸ਼ਾਹ ਹਾਜ਼ਰ ਹੋਇਆ ਹੈ। ਨਰ ਬਿਰਦਨ ਕੋ ਕੀਨ ਪਠਾਵਨ। ਤੇ ਹੋਰ ਵੀ ਬਹੁਤ ਸਾਰੇ ਮਨੁੱਖ ਉਸਨੇ ਵੇਖੋ ਨਾਲ ਭੇਜੇ ਹਨ। ਕਯੋ ਨਾਹਕ ਨਿਜ ਪ੍ਰਾਨ ਬਿਨਾਸਿਓ। ਕਯੋ ਨਾਹਕ ਭਾਵ ਉਸਨੇ ਕਹਿ ਦਿੱਤਾ ਹੈ, ਹੁਕਮ ਆ ਚੁੱਕਾ ਹੈ, ਬਾਦਸ਼ਾਹ ਕਹਿ ਰਿਹਾ ਹੈ ਸਨਮੁਖ
ਕਿ ਨਿਜ ਪ੍ਰਾਣ ਜਿਹੜੇ ਹੁਣ ਆਪ ਜੀਓ ਕੇ ਪ੍ਰਾਣ ਹਨ ਉਸ ਨੂੰ ਹਰ ਲੈਣਾ ਹੈ, ਭਾਵ ਸ਼ਹੀਦ ਕਰ ਦੇਣਾ ਹੈ ਜੀ। ਮਾਨੋ ਸ਼ਰਾ ਸੋ ਜਹਨ ਬਿਲਾਸੋ ਹੋ। ਤੇ ਐਨ ਅਖੀਰਲੀ ਵਾਰ ਆਪ ਜੀਓ ਕੇ ਸਨਮੁਖ ਫਿਰ ਇੱਕ ਵਾਰ ਇਹ ਸਵਾਲ ਕਰਦੇ ਆ ਕਿ ਆਪ ਬਾਦਸ਼ਾਹ ਦਾ ਹੁਕਮ ਮੰਨ ਕਰਕੇ ਇਸਲਾਮੀ ਸ਼ਰਾ ਅੰਦਰ ਆ ਜਾਓ। ਇਹ ਉਹੀ ਸਵਾਲ ਹੈ ਉਸ ਦਿਨ ਤੋਂ ਹੋ ਰਿਹਾ ਜਿਸ ਦਿਨ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਆਗਰੇ ਤੋਂ ਕੈਦ ਵਿੱਚ ਪਾਇਆ ਗਿਆ। ਨਿਰੰਤਰ ਕਿਤਨਾ ਸਮਾਂ ਰੋਜ਼ਾਨਾ ਇਹਦੇ ਅਹਿਲਕਾਰ ਇਹ ਸਵਾਲ ਕਰਦੇ ਨੇ, ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਫੈਸਲੇ ਤੇ ਟਿਕੇ ਹੋਏ ਨੇ। ਸੋ ਐਨ ਅਖੀਰਲੀ ਵਾਰ ਮੌਲਾਨਾ ਜੀ ਕਹਿਣ ਲੱਗੇ, ਬਾਦਸ਼ਾਹ ਕਹਿ ਰਿਹਾ ਹੈ ਕਿ ਸਾਡੀ ਬਾਤ ਮੰਨ ਲਓ, ਜੇਕਰ ਜਿਉਂਦੇ ਰਹਿਣਾ ਹੈ ਤੇ ਇਸਲਾਮ ਦੀ ਸ਼ਰਾ ਕਬੂਲ ਕਰੋ ਜੀ। ਕਹਿਓ ਗੁਰੂ ਇਹ ਤੇਗ ਜੋ ਐ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਪੁਰਖੋ, ਆ ਜਿਹੜੀ ਤੁਹਾਡੇ ਹੱਥ ਵਿੱਚ ਤੇਗ ਹੈ, ਨਹਿ ਕਾਗਜ਼ ਕੋ ਛੇਦ ਸਕੈ ਹੈ। ਤੁਸੀਂ ਪਰਖ ਕੇ ਵੀ ਲਿਆਏ ਹੋ ਇਸ ਨੂੰ, ਇਹਦੀ ਵਰਤੋਂ ਵੀ ਕੀਤੀ ਹੈ, ਤੁਹਾਡੇ ਸਾਹਮਣੇ ਇਹਦੀ ਪਰਖ ਹੋਈ ਹੈ, ਲੇਕਿਨ ਅਸੀਂ ਕਹਿ ਸਕਦੇ ਹਾਂ ਵੀ ਸਾਨੂੰ ਇਹਦੇ ਤੋਂ ਕੋਈ ਭੈ ਨਹੀਂ ਹੈ ਜੀ। ਹਮਰੋ ਕਹਿਓ ਸੱਚ ਹੀ ਜਾਣੋ। ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਭਾਈ ਸਾਡਾ ਫੈਸਲਾ ਅਟਲ ਹੈ, ਸਾਡਾ ਕਿਹਾ ਹੋਇਆ ਬਾਤ ਸੱਚ ਜਾਣੋ, ਅਸੀਂ ਤੁਹਾਡੀਆਂ ਇਹਨਾਂ ਤੇਗਾਂ ਤੋਂ ਕਦੇ ਡਰਦੇ ਨਹੀਂ ਹਾਂ। ਨਹਿ ਪ੍ਰਤੀਤ ਤੋਂ ਪਰਖਨ ਠਾਨੋ। ਜੇ ਨਹੀਂ ਪ੍ਰਤੀਤ ਤੇ ਭਾਈ ਫਿਰ ਤੁਸੀਂ ਆਪਣੀ ਤੇਗ ਪਰਖ ਸਕਦੇ ਹੋ। ਸਾਡੇ ਵਿਦਵਾਨਾਂ ਨੇ ਨਾ ਸ਼ਾਇਰੀ ਦੇ ਵਿੱਚ ਵੀ ਇਹਨਾਂ ਬਾਤਾਂ ਦਾ ਬਹੁਤ ਸੁੰਦਰ ਵਿਖਿਆਨ ਕੀਤਾ ਹੈ। ਜਦੋਂ ਇਹ ਸਮੇਂ ਬਣੇ ਉਹਦੇ ਵਿੱਚ ਫਿਰ ਸਾਨੂੰ ਬਹੁਤ ਸਾਰੇ ਇਤਿਹਾਸ ਦੇ ਹੋਰ ਵੀ ਗ੍ਰੰਥਾਂ ਤੋਂ ਵੱਖ-ਵੱਖ ਪ੍ਰਮਾਣ ਮਿਲਦੇ ਨੇ। ਜਿਵੇਂ ਤੇਗ ਨੂੰ ਪਰਖਦੇ ਨੇ ਮਹਾਰਾਜ ਜੀ ਕੇ ਨਾਮ ਤੋਂ ਲੈ ਕਰਕੇ ਇਹਨਾਂ ਨੇ ਵਿਖਾਦ ਖੜਾ ਕੀਤਾ ਤੇ ਆਪਣੀ ਫੌਲਾਦੀ ਤੇਗ ਲਿਆ ਕਰਕੇ ਮਹਾਰਾਜ ਜੀ ਕੇ ਸਨਮੁਖ ਮਿਆਨ ਚੋਂ ਕੱਢ ਕੇ ਰੱਖ ਦਿੱਤੀ ਵੀ ਆਹ ਤਿੱਖੀ ਤੇਗ ਹੁਣ ਤੁਹਾਡੇ ਸਿਰ ਤੇ ਚੱਲੇਗੀ, ਇਹ ਤਿੱਖੀ ਤੇਗ ਤੁਹਾਡਾ ਸੀਸ ਕਲਮ ਕਰੇਗੀ। ਮਨ ਵਿੱਚ ਹੈ ਖਰੇ ਸਤਿਗੁਰੂ ਇਸ ਤੇਗ ਨੂੰ ਵੇਖ ਕਰਕੇ ਤੇ ਭੈਗ੍ਰਸਤ ਹੋ ਕੇ ਸਾਨੂੰ ਕਹਿਣਗੇ, ਨਹੀਂ ਜੀ ਅਸੀਂ ਤੁਹਾਡਾ ਇਸਲਾਮ ਧਰਮ ਕਬੂਲ ਕੀਤਾ, ਲੇਕਿਨ ਇਹ ਨਹੀਂ ਪਤਾ ਕਿ ਇਹ ਤਿੱਖੀ ਤੇਗ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕੀ ਭਰਮਾ ਸਕਦੀ ਹੈ। ਮਹਾਰਾਜ ਕੇ ਆਪਣੇ ਗਾਤਰੇ ਵਿੱਚ ਤਿੱਖੀਆਂ ਤੇਗਾਂ ਪਾਈਆਂ ਹੋਈਆਂ ਨੇ। ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ 2 ਤੇਗਾਂ ਪਵਾਈਆਂ ਸੀ ਤੇ ਉਹ ਫੌਲਾਦੀ ਤੇਗਾਂ ਜਿਸ ਵਕਤ ਮਹਾਰਾਜ ਕੇ ਗਾਤਰੇ ਚੋਂ ਨਿਕਲੀਆਂ, ਫਿਰ ਪਤਾ ਨਹੀਂ ਕਿੰਨਿਆਂ ਦੇ ਸੀਸ ਉਹਨਾਂ ਵੱਢ ਕੇ ਰੱਖ ਦਿੱਤੇ। ਸੋ ਇਸ ਵਿਦ ਬਾਦਸ਼ਾਹ ਦਾ ਇਹ ਭੈ ਹੈ ਕਿ ਆਪਣੀ ਤਿੱਖੀ ਤੇਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸਨਮੁਖ ਮਿਆਨ ਵਿੱਚੋਂ ਕੱਢ ਕੇ ਰੱਖਾਂਗੇ ਤੇ ਉਹ ਭੈਗ੍ਰਸਤ ਹੋ ਕੇ ਸਾਨੂੰ ਕਹਿਣਗੇ ਅਸੀਂ ਇਸਲਾਮ ਕਬੂਲ ਕੀਤਾ, ਲੇਕਿਨ ਐਸਾ ਹੋਇਆ ਹੀ ਨਹੀਂ। ਇਹ ਵੀ ਬਾਦਸ਼ਾਹ ਦਾ ਭਰਮ ਹੀ ਰਿਹਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਤੁਸੀਂ ਪਰਖ ਕੇ ਲਿਆਏ ਹੋ, ਤੁਸੀਂ ਇਸ ਨੂੰ ਕਾਗਜ਼ ਤੇ ਪਰਖਿਆ ਹੈ, ਅਸੀਂ ਤੁਹਾਡੇ ਸਨਮੁਖ ਇਸ ਨੂੰ ਆਪਣੇ ਸੀਸ ਤੇ ਪਰਖਾਂਗੇ। ਹੋ ਸਕਦਾ ਤੁਹਾਡੇ ਤੋਂ ਕਾਗਜ਼ ਤੇ ਪਰਖੀ ਗਈ ਹੋਵੇ ਜਾਂ ਨਾ ਗਈ ਹੋਵੇ, ਜਦੋਂ ਪਿੰਡੇ ਤੇ ਪਰਖੋਗੇ ਪਤਾ ਲੱਗ ਜਾਵੇਗਾ ਇਹਦਾ ਵਾਰ ਕਿੰਨਾ ਕੁ ਹੁੰਦਾ ਤੇ ਨਾਲੇ ਵੀ ਪਤਾ ਲੱਗ ਜਾਵੇਗਾ ਕਿ ਇਹ ਜਿਹੜੀ ਤੇਗ ਹੈ ਇਹ ਕਿੰਨਾ ਕੁ ਪ੍ਰਹਾਰ ਡੂੰਘਾ ਕਰਦੀ ਹੈ ਤੇ ਕਿਵੇਂ ਕੱਟਦੀ ਹੈ। ਮਹਾਰਾਜ ਨੇ ਕਿਹਾ, ਮੈਨੂੰ ਕੋਈ ਇਸ ਗੱਲ ਦਾ ਭੈ ਨਹੀਂ ਹੈ, ਤੁਸੀਂ ਤੇਗ ਪਰਖਣੀ ਹੈ ਸਾਡੇ ਪਰ ਪਰਖ ਸਕਦੇ ਹੋ, ਲੇਕਿਨ ਜੇਕਰ ਤੁਸੀਂ ਸ਼ਰ੍ਹਾ ਦੀ ਗੱਲ ਕਰੋਗੇ ਤੇ ਅਸੀਂ ਆਪਣਾ ਫੈਸਲਾ ਪਹਿਲੇ ਹੀ ਦੇ ਚੁੱਕੇ ਹਾਂ ਜੀ। ਤਬੈ ਪਿੰਜਰੇ ਦੁਆਰ ਉਗਾਰਾ। ਜਿਸ ਵਕਤ ਇਹ ਬਾਤ ਫਿਰ ਇਹ ਔਰੰਗਜ਼ੇਬ ਤੇ ਦੇ ਮੁਲਾਣਿਆਂ ਨੇ ਸੁਣੀ, ਕ੍ਰੋਧਿਤ ਹੋ ਕਰਕੇ ਫਿਰ ਕਹਿੰਦੇ ਨੇ ਪਿੰਜਰਾ ਖੋਲੋ। ਜਿਹੜੇ ਅਹਿਲਕਾਰ ਸਨ, ਬਾਦਸ਼ਾਹ ਦਾ ਹੁਕਮ ਪਾ ਕਰਕੇ ਅੱਜ ਉਹਨਾਂ ਨੇ ਪਿੰਜਰਾ ਜਿਹੜਾ ਹੈ ਖੋਲਿਆ ਹੈ। ਅੰਦਰੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਬਾਹਰ ਕੱਢਦੇ ਹਨ। ਨਿਕਸੇ ਵਹਿਰ ਵਿਗਿਆਨ ਉਧਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਪਿੰਜਰੇ ਅੰਦਰੋਂ ਬਾਹਰ ਕੱਢਿਆ ਗਿਆ। ਬਾਹਰ ਕੱਢ ਕੇ ਫਿਰ ਇੱਕ ਵਿਸ਼ੇਸ਼ ਥਾਂ ਉੱਪਰ ਲੈ ਕੇ ਆਉਂਦੇ ਹਨ। ਪੁਨ ਕਾਰੈ ਗ੍ਰਹਿ ਕੋ ਬਡਪੋਰ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਸ ਜੇਲ੍ਹ ਦੇ ਅੰਦਰ ਜਿਹੜਾ ਕਾਰਗ੍ਰਹਿ ਹੈ ਉਹਦੇ ਬਾਹਰ ਪੌੜ ਦੇ ਉੱਪਰ, ਦੁਆਰ ਦੇ ਮੁੱਖ ਦੁਆਰ ਦੇ ਉੱਪਰ ਲਿਆਉਂਦੇ ਹਨ। ਸੋ ਨਿਕਸੇ ਸੋਢੀ ਸਿਰ ਮੋਰ। ਅੱਜ ਕਿਤਨੇ ਸਮੇਂ ਬਾਅਦ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਇਸ ਥਾਂ ਤੋਂ, ਇਸ ਕਿਲੇ ਚੋਂ, ਇਸ ਕੈਦ ਚੋਂ ਬਾਹਰ ਨਿਕਲੇ ਹਨ, ਕਿਉਂਕਿ ਨਿਰੰਤਰ ਕਿਤਨਾ ਸਮਾਂ ਤਾਂ ਮਹਾਰਾਜ ਜੀ ਨੂੰ ਲੋਹੇ ਦੇ ਪਿੰਜਰੇ ਦੀ ਕੈਦ ਪਾਈ ਰੱਖਿਆ। ਸੋ ਅੱਜ ਬਹੁਤ ਸਮੇਂ ਤੋਂ ਬਾਅਦ ਸੋਢੀ ਸਿਰਮੌਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਾਹਰ ਆਉਂਦੇ ਹਨ। ਲੋਕ ਹਜ਼ਾਰੋ ਸੁਣ ਸੁਣ ਆਏ। ਤੇ ਜਿਸ ਵਕਤ ਇਹ ਕੁਝ ਵਰਤ ਰਿਹਾ ਹੈ ਤੇ ਜਿਵੇਂ ਬਾਦਸ਼ਾਹ ਵੀ ਚਾਹੁੰਦਾ ਸੀ ਵੀ ਸਭ ਕੋਈ ਵੇਖੇ,
ਤੇ ਕੁਦਰਤੀ ਤੌਰ ਤੇ ਸਮਾਂ ਵੀ ਐਸਾ ਹੈ ਕਿਉਂਕਿ ਮਹਾਰਾਜ ਜੀਆਂ ਨੂੰ ਚਾਹੁਣ ਵਾਲੀ ਬੇਅੰਤ ਸੰਗਤ ਵੀ ਹੈ, ਦਿੱਲੀ ਪ੍ਰਵਾਸੀ ਵੀ ਹਨ। ਹੁਣ ਤੱਕ ਬਾਤ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ। ਬਹੁਤ ਸਾਰੇ ਐਸੇ ਵੀ ਹਨ ਵੀ ਜਿਨ੍ਹਾਂ ਦੇ ਮਨ ਵਿੱਚ ਭੈ ਵੀ ਹੈ ਵੀ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਸ਼ਰ੍ਹਾ ਪ੍ਰਵਾਨ ਕਰ ਗਏ ਤੇ ਸਾਨੂੰ ਵੀ ਧਰਮ ਤਬਦੀਲ ਕਰਨਾ ਪਵੇਗਾ। ਕੁਦਰਤੀ ਤੌਰ ਤੇ ਉਹ ਵੀ ਖਿਆਲ ਇੱਥੇ ਹੀ ਰੱਖ ਕੇ ਬੈਠੇ ਹੋਣੇ ਵੀ ਹੁਣ ਕੀ ਹੁੰਦਾ ਹੈ। ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫਿਰ ਉਸ ਵਕਤ ਦਿੱਲੀ ਦੇ ਜਿਹੜੇ ਵਾਸੀ ਹਨ ਜਾਂ ਹੋਰ ਦੂਰ ਨੇੜੇ ਦੇ ਮਨੁੱਖ ਹਨ, ਇਸਲਾਮੀ ਸਨਾਤਨੀ ਆਦਿਕ ਜਿਤਨੇ ਸਨ, ਉਹ ਦੇਖਣ ਲਈ ਬਾਹਰ ਆਏ ਹਨ। ਦੂਰ ਦੂਰ ਸਭ ਬਰਜ ਹਟਾਏ। ਬਾਦਸ਼ਾਹ ਦੇ ਜਿਹੜੇ ਅਹਿਲਕਾਰ ਹਨ, ਇਹਨਾਂ ਨੇ ਫਿਰ ਇੱਥੇ ਸਖਤ ਪਹਿਰੇ ਲਾ ਕਰਕੇ ਤੇ ਅੱਗੋਂ ਰਸਤੇ ਖਾਲੀ ਕਰਵਾ ਲਏ। ਦੂਰ ਦੂਰ ਵਰਜ ਦਿੱਤਾ ਕਿ ਦੇਖਣਾ ਹੈ ਦੂਰ ਹੋ ਕਰਕੇ ਦੇਖੋ, ਨਜ਼ਦੀਕ ਆਉਣ ਦੀ ਕਿਸੇ ਨੂੰ ਲੋੜ ਨਹੀਂ ਹੈ। ਜੇ ਕੋਈ ਨਜ਼ਦੀਕ ਆਵੇਗਾ ਤੇ ਉਸ ਨੂੰ ਵੀ ਫਿਰ ਕਠਨ ਸਜ਼ਾ ਦਿੱਤੀ ਜਾਵੇਗੀ। ਸੋ ਇਸ ਵੇਲੇ ਭੀੜ ਬਹੁਤ ਇਕੱਤਰ ਹੋਈ ਹੈ, ਇਕੱਠ ਬਹੁਤ ਵੱਡਾ ਹੋ ਰਿਹਾ ਹੈ, ਲੇਕਿਨ ਬਾਦਸ਼ਾਹ ਨੇ ਸਖਤ ਪਹਿਰੇ ਹੇਤ ਮਹਾਰਾਜ ਜੀ ਕੋ ਗ੍ਰਿਫਤਾਰ ਕੀਤਾ ਹੋਇਆ ਹੈ। ਹਿੰਦੂ ਬ੍ਰਿੰਦ ਤੁਰਕ ਸਮੁਦਾਏ। ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਸਨਾਤਨੀ ਸਮਾਜ ਹੈ। ਹਿੰਦੂ ਬ੍ਰਿੰਦ, ਬ੍ਰਿੰਦ ਦੇ ਭਾਵ ਅਰਥ ਬਹੁਤ ਵੱਡੀ ਗਿਣਤੀ, ਨਾਲ ਤੁਰਕ ਸਮੁਦਾਇ। ਤੇ ਕੇਵਲ ਹਿੰਦੂ ਹੀ ਨਹੀਂ, ਬਹੁਤ ਸਾਰੇ ਤੁਰਕ, ਕਿਉਂਕਿ ਹੁਕਮਰਾਨਾਂ ਦੀ ਗੱਲ ਕੁਝ ਅਲੱਗ ਹੈ। ਬਹੁਤ ਸਾਰਾ ਇਸਲਾਮੀ ਸਮਾਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਆਪਣਾ ਪੀਰ ਮੰਨਦਾ ਆਇਆ ਹੈ। ਗੁਰੂ ਨਾਨਕ ਤੋਂ ਹੀ ਜਿਹੜਾ ਸੱਚਾ ਮੁਸਲਮਾਨ ਹੈ ਉਹਦਾ ਓਨਾ ਹੀ ਅਕੀਦਾ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ ਤੇ ਜੋਤ ਤੇ ਹੈ ਜਿੰਨਾ ਉਹ ਮੁਹੰਮਦ ਸਾਹਿਬ ਤੇ ਯਕੀਨ ਕਰਦਾ ਹੈ। ਇਸ ਲਈ ਜਿਤਨੇ ਭਾਵਨਾ ਵਾਲੇ ਤੁਰਕ ਹਨ ਉਹ ਵੀ, ਤੇ ਬਹੁਤ ਸਾਰਾ ਵੱਡੀ ਗਿਣਤੀ ਵਿੱਚ ਹਿੰਦੂ ਸਮਾਜ ਜਿਹੜਾ ਹੈ, ਜਿਨ੍ਹਾਂ ਨੇ ਆਪਣੇ ਧਰਮ ਦੇ ਲਈ ਮਹਾਰਾਜ ਜੀ ਕੇ ਚਰਨਾਂ ਦੀ ਟੇਕ ਲਈ ਹੈ, ਉਹ ਸਭ ਇਸ ਵਕਤ ਇਸ ਸਥਾਨ ਤੇ ਵੇਖਣ ਲਈ ਹਾਜ਼ਰ ਹਨ। ਖਰੇ ਬਾਜ਼ਾਰ ਵਿਖੇ ਬਿਸਮਾਏ। ਤੇ ਉਸ ਦਿਨ ਦਿੱਲੀ ਦੇ ਬਾਜ਼ਾਰ ਭਰੇ ਹੋਏ ਹਨ। ਜਿਸ ਕਾਰਗਰਾਂ ਤੋਂ ਮਹਾਰਾਜ ਜੀ ਨੂੰ ਬਾਹਰ ਕੱਢਿਆ ਗਿਆ, ਦਿੱਲੀ ਦੇ ਚਾਂਦਨੀ ਚੌਂਕ ਦੀ ਹੁਣੇ ਵਾਰਤਾ ਅੱਗੋਂ ਪ੍ਰਾਰੰਭ ਹੋ ਰਹੀ ਹੈ। ਜਿਸ ਸਥਾਨਪੁਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਕਲਮ ਕੀਤਾ ਜਾਂਦਾ ਹੈ। ਸੋ ਉਹ ਜਿਹੜੇ ਚੌਕ ਹਨ ਬਹੁਤ ਵੱਡੀ ਭੀੜ ਦੇ ਨਾਲ ਉਸ ਦਿਨ ਭਰੇ ਹੋਏ ਹਨ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਇਕੱਠ ਹਨ ਜੀ। ਨਿਕਟ ਕੂਪ ਲਗੂ ਤਿਸ ਥਲ ਗਏ। ਫਿਰ ਹੋਇਆ ਕਿ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਇਸ ਸਥਾਨ ਤੋਂ ਬਾਹਰ ਲਿਆਂਦਾ ਗਿਆ ਤੇ ਨਾਲ ਹੀ ਉਸ ਸਥਾਨ ਤੇ ਇੱਕ ਖੂਹ ਹੈ, ਬਤੌਰ ਨਿਸ਼ਾਨੀ ਵਜੋਂ ਅੱਜ ਵੀ ਆਪਾਂ ਉਹਨਾਂ ਸਥਾਨਾਂ ਦੇ ਦਰਸ਼ਨ ਕਰਦੇ ਹਾਂ। ਚਲੋ ਸਮੇਂ ਅਨੁਸਾਰ ਕੁਝ ਤਬਦੀਲੀਆਂ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਕਹਿ ਸਕਦੇ ਹਾਂ ਇਹਨਾਂ ਵਾਰਤਾਵਾਂ ਨੂੰ ਸਮੇਂ ਬਹੁਤ ਲੰਬੇਰੇ ਹੋ ਚੁੱਕੇ ਨੇ। ਸੋ ਨਾਲ ਹੀ ਇੱਕ ਖੂਹ ਹੈ ਜਿਸ ਸਥਾਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਰੁਕਦੇ ਹਨ ਤੇ ਉਸ ਸਥਾਨ ਤੇ ਉਸ ਖੂਹ ਦੇ ਅੰਦਰੋਂ ਜਲ ਲੈ ਕਰਕੇ ਗਰੀਬ ਨਿਵਾਜ ਸਤਿਗੁਰੂ ਇਸ਼ਨਾਨ ਕਰਦੇ ਹਨ। ਜਲ ਨਿਕਸਾਇਓ ਮਜਨ ਕੀਏ। ਮਹਾਰਾਜ ਨੇ ਕਿਹਾ ਵੀ ਸਾਡੀ ਇਸ਼ਨਾਨ ਕਰਨ ਦੀ ਇੱਛਾ ਹੈ, ਕਿਉਂਕਿ ਜੇਲ੍ਹ ਵਿੱਚ ਅਸੀਂ ਸੋਚ ਸਕਦੇ ਹਾਂ, ਸਾਨੂੰ ਪਤਾ ਹੈ ਵੀ ਬਾਦਸ਼ਾਹ ਲੋਕ ਜਿਵੇਂ ਧੱਕੇ ਕਰਦੇ ਹਨ। ਜਿਸ ਵੇਲੇ ਮਹਾਰਾਜ ਜੀ ਨੂੰ ਕੈਦ ਪਾਇਆ ਉੱਥੇ ਕੀ ਅਵਸਥਾ ਹੋਣੀ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਮਾਂ ਆਪਣਾ ਜਿਹੜਾ ਗੁਜ਼ਾਰਿਆ। ਸੋ ਮਹਾਰਾਜ ਨੇ ਇੱਛਾ ਪ੍ਰਗਟ ਕੀਤੀ ਵੀ ਸਾਡੀ ਇੱਥੇ ਇਸ਼ਨਾਨ ਕਰਨ ਦੀ ਇੱਛਾ ਹੈ। ਜਿਸ ਵਕਤ ਇੱਛਾ ਪ੍ਰਗਟ ਕੀਤੀ ਉਸ ਖੂਹ ਦੇ ਅੰਦਰੋਂ ਪਾਣੀ ਕੱਢਿਆ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸੇ ਸਥਾਨਪੁਰ ਬੈਠ ਕਰਕੇ ਹੀ ਇਸ਼ਨਾਨ ਕੀਤਾ ਹੈ ਜੀ। ਜਪਜੀ ਪਾਠ ਕਰਨ ਪੁੰਨ ਲਾਗੇ। ਇਸ਼ਨਾਨ ਕਰਨ ਤੋਂ ਉਪਰੰਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਨੇਮ ਅਨੁਸਾਰ ਉਹ ਇਲਾਹੀ ਮੰਤਰ ਰੱਬੀ ਬਾਣੀ ਜਪਜੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਕਰਦੇ ਹਨ। ਬੈਠੇ ਹੁਤੋ ਬ੍ਰਿਛ ਤਿਸ ਆਗੇ। ਜਿਸ ਸਥਾਨ ਤੇ ਗਰੀਬ ਨਿਵਾਜ ਸਤਿਗੁਰੂ ਬੈਠੇ ਸਨ ਉੱਥੇ ਇੱਕ ਬ੍ਰਿਛ ਹੈ। ਆਪਾਂ ਸੁਣਦੇ ਹਾਂ ਪਿੱਪਲ ਦਾ ਰੁੱਖ, ਬੋੜ ਦਾ ਰੁੱਖ ਵਿਦਵਾਨ ਸੱਜਣ ਜ਼ਿਕਰ ਕਰਦੇ ਨੇ। ਸੋ ਉੱਥੇ ਇੱਕ ਬਹੁਤ ਵੱਡਾ ਬ੍ਰਿਖ ਹੈ, ਬੋੜ ਦਾ ਰੁੱਖ ਹੈ, ਜਿਸ ਥਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਸਨ ਇਸ਼ਨਾਨ ਕਰਕੇ। ਤੇ ਫਿਰ ਜਪਜੀ ਦਾ ਪਾਠ ਪ੍ਰਾਰੰਭ ਹੋ ਗਿਆ ਹੈ। ਕਯੋ ਜਬੈ ਹਮ ਸੀਸ ਨਿਵਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਕਹਿ ਦਿੱਤਾ ਕਿ ਦੇਖੋ ਭਾਈ, ਜੇ ਤੁਹਾਡੀ ਇੱਛਾ ਹੈ ਤੁਸੀਂ ਸ਼ਸਤਰ ਪਰਖਣੇ ਨੇ, ਬੇਤੜਕ ਹੋ ਕਰਕੇ ਇਹਨਾਂ ਸ਼ਸਤਰਾਂ ਨੂੰ ਵਰਤ ਸਕਦੇ ਜੇ, ਸਾਨੂੰ ਭੈ ਨਹੀਂ ਹੈ। ਜਿਸ ਵਕਤ ਅਸੀਂ ਇਸ ਅੰਮ੍ਰਿਤ ਬਾਣੀ ਦਾ ਪਾਠ ਸੰਪੂਰਨ ਕਰਕੇ ਉਸ ਕਰਤਾ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਅੰਦਰ ਆਪਣੀ ਅਰਜ਼ ਕਰਾਂਗੇ, ਅਰਜ਼ ਗੁਜ਼ਾਰਾਂਗੇ, ਬੇਨਤੀ ਕਰਾਂਗੇ, ਆਪਣਾ ਸੀਸ ਨਿਵਾ ਦੇਵਾਂਗੇ। ਤਬ ਦੇਖੋ ਤੁਮ ਤੇਗ ਚਲਾਏ। ਉਸ ਵਕਤ ਤੁਸੀਂ ਆਪਣੇ ਬਾਦਸ਼ਾਹ ਦੀ ਇਹ ਫੌਲਾਦੀ ਤੇਗ ਜਿਹੜੀ ਹੈ ਇਸ ਨੂੰ ਪਰਖ ਲੈਣਾ। ਸਾਨੂੰ ਭੈ ਨਹੀਂ ਹੈ,
ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਾ ਅੰਦਰ ਤੇ ਪਹਿਲੇ ਹੀ ਇਹਨਾਂ ਬਾਤਾਂ ਦੀ ਬਹੁਤ ਸੁੰਦਰ ਵਿਆਖਿਆ ਕਰਦਾ ਗਿਆ ਹੈ। ਅਸੀਂ ਬਾਣੀ ਪੜ੍ਹਦੇ ਹਾਂ, ਮਹਾਰਾਜ ਲਿਖ ਗਏ, ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਨੂੰ ਇਸ ਝੂਠੇ ਤਨ ਦੇ ਨਾਲ ਕੀ ਲੋਭ ਹੈ, ਕੱਲ ਟੁੱਟਦਾ ਅੱਜ ਟੁੱਟ ਜਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਮੁਖ ਤੋਂ ਕਹਿ ਦਿੱਤਾ ਕਿ ਭਾਈ ਅਸੀਂ ਸੀਸ ਨਿਵਾਵਾਂਗੇ, ਉਸ ਵਕਤ ਤੁਸੀਂ ਆਪਣਾ ਸ਼ਸਤਰ ਜਿਸ ਵੀ ਢੰਗ ਨਾਲ ਪਰਖਣਾ ਹੋਇਆ ਸਾਡੇ ਤੇ ਪਰਖ ਲੈਣਾ। ਕਹਿਣ ਤੋਂ ਭਾਵ ਹੈ ਇਜਾਜ਼ਤ ਦੇ ਦਿੱਤੀ ਹੈ ਵੀ ਅਸੀਂ ਸ਼ਹਾਦਤ ਨੂੰ ਪ੍ਰਵਾਨ ਕਰ ਲਿਆ, ਤੁਸੀਂ ਆਪਣਾ ਸ਼ਸਤਰ ਚਲਾ ਕੇ ਸਾਡਾ ਸੀਸ ਕਲਮ ਕਰ ਸਕਦੇ ਹੋ, ਤੁਹਾਡੇ ਤੇ ਦੋਸ਼ ਨਹੀਂ ਹੋਵੇਗਾ। ਸੋ ਇਸ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਬਖਸ਼ਿਸ਼ ਕੀਤੀ ਹੈ ਜੀ। ਇਮ ਕੈ ਸਤਿਗੁਰ ਤਰਵਰ ਤਰੇ। ਇਸ ਵੇਲੇ ਇਹ ਬਾਤ ਕਹਿ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸੁਭਾਅ ਅਨੁਸਾਰ ਸ਼ਾਂਤ ਚਿੱਤ ਉਸ ਰੁੱਖ ਦੇ ਹੇਠ ਬੈਠ ਕਰਕੇ ਬਾਣੀ ਦੇ ਜਾਪ ਪ੍ਰਾਰੰਭ ਕਰਦੇ ਹਨ। ਬੈਠ ਅਡੋਲ ਪਾਠ ਜਬ ਕਰੇ। ਅਡੋਲ ਅਵਸਥਾ, ਸਹਿਜ ਅਵਸਥਾ ਦਾ ਬੜਾ ਜ਼ਿਕਰ ਹੈ ਸਾਡੀ ਅੰਮ੍ਰਿਤ ਬਾਣੀ ਵਿੱਚ, ਤੇ ਸਹਿਜ ਦੇ ਅੱਖਰੀ ਅਰਥੀ ਅਡੋਲਤਾ ਨੇ। ਸਹਿਜ ਉਹ ਅਵਸਥਾ ਹੈ ਜਿਹਦੇ ਵਿੱਚ ਕੋਈ ਭੈ ਨਹੀਂ ਹੈ, ਕੋਈ ਡਰ ਨਹੀਂ ਹੈ। ਜੋ ਕੁਝ ਹੋਣਾ ਹੈ ਰੱਬੀ ਹੁਕਮ ਵਿੱਚ ਹੋਣਾ, ਗੁਰਮੁਖ ਇਹਦੇ ਤੋਂ ਬਹੁਤ ਉੱਤੇ ਵਿਚਰਦਾ। ਸੋ ਮਹਾਰਾਜ ਆਪਣੇ ਜੀਵਨ ਦੀ ਸਹਿਜ ਅਵਸਥਾ ਦੇ ਅੰਦਰ, ਅਡੋਲਤਾ ਦੇ ਅੰਦਰ ਉਸ ਰੁੱਖ ਹੇਠ ਬੈਠ ਗਏ ਹਨ ਤੇ ਆਪਣੇ ਮੁਖ ਤੋਂ ਪਾਵਨ ਪਵਿੱਤਰ ਬਾਣੀ ਜਪਜੀ ਬਾਣੀ ਦੇ ਪਾਠ ਕਰ ਰਹੇ ਹਨ। ਮਗਰ ਪੰਚਮੀ ਸੁਦੀ ਪਛਾਨੋ। ਤੇ ਉਸ ਦਿਨ ਦੀ ਥਿੱਤ ਦਾ ਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਹੋਰਾਂ ਨੇ ਜ਼ਿਕਰ ਕੀਤਾ ਹੈ। ਮੱਘਰ ਦੀ ਸੁਦੀ ਪੰਚਮੀ, ਆ ਜਿਹੜਾ ਦਿਨ ਹੁਣ ਚੱਲ ਰਿਹਾ ਹੈ ਮਹੀਨਾ ਮੱਘਰ ਦਾ, ਇਹਦੇ ਦੋ ਪੱਖ ਜਿਵੇਂ ਵਧੀ ਤੇ ਸੁਦੀ ਦਾ ਪੱਖ ਜਿਹੜਾ ਪੰਚਮੀ ਥਿੱਤ ਹੈ ਉਸ ਦਿਨ, ਜਿਸ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੀਸ ਦਾ ਬਲੀਦਾਨ ਦਿੰਦੇ ਹਨ। ਤੇ ਕੁਦਰਤੀ ਤੌਰ ਤੇ ਜਿਹੜਾ ਇਤਿਹਾਸ ਅਸੀਂ ਵਾਚ ਰਹੇ ਹਾਂ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਆਉਣ ਵਾਲੇ ਦਿਨਾਂ ਵਿੱਚ ਇਹ ਪਾਵਨ ਪਵਿੱਤਰ ਪੁਰਬ ਵੀ ਆ ਰਹੇ ਹਨ। ਹਰ ਸਾਲ ਆਪਾਂ ਨੇ ਇਸ ਪਵਿੱਤਰ ਸਥਾਨ ਤੇ ਬੜੇ ਹੀ ਸ਼ਰਧਾ ਯੁਕਤ, ਸ਼ਰਧਾ ਪ੍ਰੇਮ ਭਾਵਨਾ ਸਹਿਤ ਮਹਾਰਾਜ ਜੀ ਕੇ ਇਹਨਾਂ ਦਿਹਾੜਿਆਂ ਨੂੰ ਮਨਾਉਂਦੇ ਆ। ਮਹਾਰਾਜ ਜੀ ਕੀ ਸ਼ਹਾਦਤ ਨੂੰ ਨਮਸਕਾਰ ਕੀਤੀ ਜਾਂਦੀ ਹੈ। ਸੋ ਇਹ ਥਿੱਤ ਹੈ ਮੱਘਰ ਸੁਦੀ ਪੰਚਮੀ ਥਿੱਤ, ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪ ਆਪਣੀ ਮੌਜ ਵਿੱਚ ਹਿੰਦੂ ਧਰਮ ਦੀ ਰਾਖੀ ਦੇ ਲਈ, ਸੀਸ ਕੁਰਬਾਨ ਕਰਨ ਦੇ ਲਈ ਆਪ ਉਹਨਾਂ ਜਰਵਾਣਿਆਂ ਦੇ ਸਨਮੁਖ ਜਾ ਕਰਕੇ ਸੀਸ ਨਿਵਾ ਬੈਠੇ ਹਨ। ਸੁਰ ਗੁਰਵਾਰ ਤਬੈ ਪਹਿਚਾਨੋ। ਸੁਰ ਗੁਰਵਾਰ ਇਹਦੇ ਭਾਵ-ਅਰਥ ਵਿਗਿਆਨੀਆਂ ਨੇ ਕੀਤੇ ਹਨ। ਵੀਰਵਾਰ ਦਾ ਉਸ ਦਿਨ ਸੀ ਜਿਸ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਆਪ ਬਖਸ਼ਿਸ਼ ਕੀਤੀ, ਕਾਰਾ ਵਰਤਾਇਆ ਹੈ। ਸੰਮਤ 1732 1732 ਸੰਮਤ ਜਿਹਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। 1732 ਸੰਮਤ ਮੱਘਰ ਸੁਦੀ ਪੰਚਮੀ, ਜਾਂ ਜੇਕਰ ਅਸੀਂ ਈਸਵੀ ਸਨ ਮੁਤਾਬਕ ਗੱਲ ਕਰਾਂਗੇ ਤੇ ਇਸ ਤਰੀਕ ਅਨੁਸਾਰ ਜਿਹੜਾ ਉਸ ਵਕਤ ਦਾ ਕੈਲੰਡਰ ਮਿਲਦਾ ਹੈ ਉਹ 11 ਨਵੰਬਰ ਤੇ ਸਨ 1675। ਚਲੋ ਉਹ ਕੈਲੰਡਰ ਦੀ ਕੁਝ ਆਪਣੇ ਦਿਸ਼ਾ ਨਿਰਦੇਸ਼ ਨੇ। ਸਾਡਾ ਜਿਹੜਾ ਇਤਿਹਾਸ ਹੈ ਇਹ ਭਾਈ ਸੰਤੋਖ ਸਿੰਘ ਸਾਹਿਬ ਜਾਂ ਹੋਰ ਇਤਿਹਾਸਿਕ ਤੱਥਾਂ ਨੇ ਚੰਦਰਮਾ ਸੂਰਜ ਦੀ ਗਤੀ ਥਿੱਤਵਾਰ ਦੇ ਨਾਲ ਅੰਕਿਤ ਕੀਤਾ ਹੈ। ਸੋ ਮੱਘਰ ਸੁਦੀ ਪੰਚਮੀ ਸੰਮਤ 1732 ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਹੁੰਦੀ ਹੈ। ਪਾਣਾ ਵਰਤਾਇਓ ਜਗਦੀਸਾ। ਮਹਾਰਾਜ ਸੱਚੇ ਪਾਤਸ਼ਾਹ ਜਗਤੀਸ਼, ਜਗਤ ਦੇ ਈਸ਼ਵਰ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਮੌਜ ਦੇ ਅੰਦਰ ਇਹ ਪਾਣੇ ਵਰਤਾਏ ਹਨ। ਸੀਸ ਦਿਓ ਪਰ ਸਿਰ ਨਾ ਦੀਨਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੀਸ ਦਾ ਬਲੀਦਾਨ ਦੇ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਸੀਸ ਉੱਪਰ ਤੇਗ ਪਰਖੀ ਗਈ ਹੈ। ਜਿਵੇਂ ਅਸੀਂ ਪੜ੍ਹਦੇ ਹਾਂ ਨਾ, ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਨੇ ਆਪਣੀ ਬਾਣੀ ਵਿੱਚ ਬੜੇ ਪਿਆਰੇ ਬਚਨ ਉਚਾਰਨ ਕੀਤੇ ਨੇ। ਠੀਕਰ ਫੋਰ ਦੁਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ। ਅੱਗੇ ਅਸੀਂ ਬਚਨ ਪੜ੍ਹਦੇ ਹਾਂ, ਤੇਗ ਬਹਾਦਰ ਕੇ ਚਲਤ। ਚਲਤ ਦੇ ਅੱਖਰੀ ਅਰਥ ਹੁੰਦੇ ਨੇ ਰਚੀ ਹੋਈ ਰਚਨਾ, ਤਮਾਸ਼ਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਉਸ ਦਿਨ ਨੇ ਭਾਣਾ ਵਰਤਿਆ ਗੁਰਮੁਖੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਆਪਣੀ ਹਸਤੀ ਦੇ ਵਿੱਚ ਉਸ ਪਵਿੱਤਰ ਸਥਾਨ ਤੇ ਬੈਠ ਕਰਕੇ ਇਹ ਜਿਹੜਾ ਕਰਤੱਵ ਹੈ ਇਹ ਕਰ ਦਿਖਾਇਆ ਹੈ ਜੀ। ਧਰਮ ਸੋ ਰਾਖਿਓ ਸਰਬ ਪਰਬੀਨਾ। ਸਿਦਕ ਨਹੀਂ ਦਿੱਤਾ, ਸੀਸ ਦੇ ਦਿੱਤਾ। ਮਹਾਰਾਜ ਜੀ ਨੇ ਸਿਰਰ ਨਹੀਂ ਦਿੱਤਾ, ਸੀਸ ਦੇ ਦਿੱਤਾ।
ਲੇਕਿਨ ਕੀਤਾ ਕੀ, ਜਿਸ ਬਾਤ ਨੂੰ ਲੈ ਕਰਕੇ ਸਮੇਂ ਦੇ ਹੁਕਮਰਾਨ ਬਾਦਸ਼ਾਹ ਦੇ ਨਾਲ ਅੜੇ ਹੋਏ ਸਨ, ਧਰਮ ਨਹੀਂ ਹਾਣ ਹੋਣ ਦੇਵਾਂਗੇ, ਧਰਮ ਨਹੀਂ ਜਾਣ ਦੇਵਾਂਗੇ, ਸੱਚਮੁੱਚ ਧਰਮ ਰੱਖ ਲਿਆ ਤੇ ਸੀਸ ਕੁਰਬਾਨ ਕਰਵਾ ਦਿੱਤਾ ਹੈ ਜੀ। ਧਰਿਓ ਦੁਪਹਿਰਾ ਜਬ ਏਕ ਘੜੀ, ਦੁਪਹਿਰ ਦਾ ਸਮਾਂ ਹੋ ਚੁੱਕਾ ਸੀ, ਕੋਈ ਇੱਕ ਘੜੀ ਸਮਾਂ ਦੁਪਹਿਰ ਤੋਂ ਅੱਗੇ, ਜਿਵੇਂ 2 ਪਹਿਰ ਦਿਨ ਦੇ ਬਤੀਤ ਹੋ ਗਏ, 2 ਸ਼ਾਮਾਂ ਵਾਲੇ ਜਿਹੜੇ ਹੁੰਦੇ ਨੇ, ਸੋ 2 ਪਹਿਰੇ ਤੋਂ ਬਾਅਦ ਇੱਕ ਘੜੀ, ਕੋਈ ਤਕਰੀਬਨ ਜਿਵੇਂ ਆਪਾਂ ਅੱਜ ਦੇ ਸਮੇਂ ਅਨੁਸਾਰ ਗਿਣ ਲਈਏ, ਦੁਪਹਿਰ ਦੇ 12 ਵਜਣ ਉਪਰੰਤ ਕੋਈ 24-25 ਮਿੰਟਾਂ ਦਾ ਸਮਾਂ ਅੱਗੇ ਜਿਹੜਾ ਹੈ ਬਤੀਤ ਹੋ ਰਿਹਾ ਹੈ ਜੀ। ਜਪਜੀ ਪੜਤ ਸੋ ਪੂਰੀ ਕਰੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਮੁਖ ਤੋਂ ਜਪਜੀ ਬਾਣੀ ਦਾ ਪਾਠ ਸੰਪੂਰਨ ਕੀਤਾ ਹੈ। ਭੋਗ ਪਾਏ ਜਬ ਸੀਸ ਨਿਵਾਇਓ, ਇਸ ਬਾਣੀ ਦਾ ਅੰਮ੍ਰਿਤ ਭੋਗ ਪਾ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਵੇਂ ਹੀ ਆਪਣਾ ਸੀਸ ਉਸ ਅਕਾਲ ਪੁਰਖ ਪਰਮਾਤਮਾ ਦੇ ਸਿਜਦੇ ਅੰਦਰ ਨਿਵਾਇਆ ਹੈ ਜੀ। ਉਹਨੇ ਉੱਪਰ ਕੋ ਜਬੈ ਉਠਾਇਓ, ਤੇ ਜਿਵੇਂ ਹੀ ਮਹਾਰਾਜ ਸਿਜਦਾ ਕਰਕੇ ਆਪਣਾ ਸੀਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਨਿਵਾ ਕੇ ਤੇ ਉੱਪਰ ਨੂੰ ਕਰਦੇ ਹਨ। ਸੈਯਦ ਤਬ ਕਰ ਕੈਬਲ ਬਾਹੂ, ਉਸੇ ਵਕਤ ਹੀ ਇਸ ਔਰੰਗਜ਼ੇਬ ਦੇ ਹੁਕਮਰਾਨ ਸੈਯਦ ਜਲਾਲੂ ਜੀ ਨੇ ਬੜੇ ਹੀ ਜ਼ੋਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਪਰ ਪ੍ਰਹਾਰ ਕਰ ਦਿੱਤਾ ਹੈ। ਇੱਥੋਂ ਹੀ ਅਸੀਂ ਬਚਨ ਪੜ੍ਹਦੇ ਹਾਂ, ਠੀਕ ਕਰੋ ਫੋਰ ਦੁਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ ਕਰੀ ਨ ਕਿਨਹੂ ਆਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੀਸ ਦੇ ਉੱਪਰ ਇਹ ਸੈਯਦ ਜਲਾਦ ਨੇ ਬੜੇ ਜ਼ੋਰ ਦਾ ਪ੍ਰਹਾਰ ਜਿਹੜਾ ਹੈ ਤੇਗ ਨਾਲ ਕਰ ਦਿੱਤਾ ਹੈ ਜੀ। ਤੇਗ ਪ੍ਰਹਾਰ ਤਾਕ ਗੁਰ ਮਾਹੂ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਦਾ ਨਿਸ਼ਾਨਾ ਤੱਕ ਕਰਕੇ ਤੇਗ ਦਾ ਇਤਨੇ ਜ਼ੋਰ ਦਾ ਪ੍ਰਹਾਰ ਕੀਤਾ ਹੈ। ਕਰੀ ਚਲਾਵਨ ਗਈ ਨਾ ਤਹਿਲੋ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੀਸ ਦੇ ਉੱਪਰ ਜ਼ੋਰ ਨਾਲ ਇਹ ਤੇਗ ਦਾ ਜਿਵੇਂ ਹੀ ਪ੍ਰਹਾਰ ਕਰਦਾ ਹੈ, ਧਰਤੇ ਸੀਸ ਉਤਰਿਓ ਗੁਰ ਪਹਿਲੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਸੀਸ ਹੈ ਉਹ ਧੜ ਨਾਲੋਂ ਜੁਦਾ ਹੋ ਗਿਆ। ਇਸ ਵਿਦ ਗੁਰਮੁਖੋ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਸੀਸ ਦਾ ਜਿਹੜਾ ਬਲੀਦਾਨ ਦੇ ਦਿੱਤਾ ਹੈ। ਸਨਾਤਨੀ ਮੱਤ ਦੇ ਲਈ ਆਏ ਹੋਏ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਉੱਪਰ ਇਹ ਉਪਕਾਰ ਕਰਦੇ ਹਨ, ਤੇ ਇਸ ਤੋਂ ਵੱਡਾ ਉਪਕਾਰ ਹੋਰ ਸਾਨੂੰ ਕੋਈ ਨਹੀਂ ਮਿਲੇਗਾ। ਆਪਣੇ ਧਰਮ ਦੇ ਲਈ ਹਰ ਕੋਈ ਲੜਦਾ ਇਸ ਸੰਸਾਰ ਵਿੱਚ ਮਿਲ ਜਾਂਦਾ, ਕਿਸੇ ਦੇ ਧਰਮ ਦੇ ਲਈ ਆਪਣਾ ਸੀਸ ਕੁਰਬਾਨ ਕਰ ਦੇਣਾ, ਇਹ ਸਭ ਤੋਂ ਵੱਡੀ ਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ, ਜਿਹਦਾ ਜ਼ਿਕਰ ਫਿਰ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀਆਂ ਲਿਖਤਾਂ ਵਿੱਚ ਬਹੁਤ ਬਾਖੂਬੀ ਕੀਤਾ ਹੈ। ਅਸੀਂ ਬਚਨ ਵੀ ਪੜ੍ਹਦੇ ਹਾਂ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ, ਪਰ ਸਿਰ ਨ ਦੀਆ ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਕੁਰਬਾਨ ਹੋਇਆ। ਜਿਤਨੇ ਵੀ ਉਸ ਥਾਂ ਤੇ ਤਮਾਸ਼ਬੀਨ ਸਨ ਜਾਂ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਵਰਗੇ ਜਿਹੜੇ ਵੀ, ਜਿਵੇਂ ਹੀ ਇਹ ਸਭ ਵੇਖਦੇ ਹਨ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਠ ਕਰਕੇ ਬੈਠੇ ਸਨ ਵੀ ਅਸੀਂ ਤੁਹਾਡੀ ਬਾਤ ਨਹੀਂ ਮੰਨਣੀ, ਸੋ ਮਹਾਰਾਜ ਜੀ ਨੇ ਉਹ ਸਭ ਕੁਝ ਸੱਚ ਕਰਕੇ ਦਿਖਾ ਦਿੱਤਾ। ਉਸ ਤੋਂ ਉਪਰੰਤ ਜੋ ਕੁਝ ਵੀ ਹੋਇਆ ਦਿੱਲੀ ਦੀ ਧਰਤੀ ਤੇ ਹਾਹਾਕਾਰ ਮਚ ਗਈ, ਰੋਲੇ ਪੈ ਗਏ, ਬਗਾਵਤਾਂ ਉੱਠ ਪਈਆਂ। ਮੌਕੇ ਤੇ ਜਿਵੇਂ ਇਤਿਹਾਸਕਾਰ ਦੱਸਦੇ ਨੇ ਵੀ ਹਨੇਰ ਚੜ ਆਇਆ, ਜਿਵੇਂ ਗੁਰੂ ਕੇ ਪਿਆਰਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਸੀਸ ਦੀ ਸੰਭਾਲ ਕੀਤੀ, ਧੜ ਦੀ ਸੰਭਾਲ ਕੀਤੀ, ਉਹ ਸਾਰਾ ਵਰਤਾਂਤ ਅੱਗੇ ਇਤਿਹਾਸ ਵਿੱਚ ਦਰਜ ਹੈ। ਯਤਨ ਕਰਾਂਗੇ ਇਸੇ ਤਰ੍ਹਾਂ ਇਹਨਾਂ ਦੀਵਾਨਾਂ ਵਿੱਚ ਵਿਸਥਾਰ ਸਹਿਤ ਵਿਥਿਆ ਸਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ ਜੀ ਅੱਜ ਇੱਥੇ ਹੀ ਵਿਚਾਰਾਂ ਨੂੰ ਵਿਸ਼ਰਾਮ ਦਿੰਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਆਉਣ ਵਾਲੇ ਦਿਨਾਂ ਵਿੱਚ ਸ਼ਹੀਦੀ ਦਿਹਾੜੇ ਆ ਰਹੇ ਨੇ। ਹਰ ਸਾਲ ਦੀ ਤਰ੍ਹਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਹਾਰਾਜ ਜੀ ਕੇ ਚਰਨਾਂ ਦੇ ਉੱਪਰ ਆਪਾਂ ਨੇ ਨਮਸਕਾਰ ਕਰਨੀ ਹੈ। ਸੋ ਆਓ ਇਤਿਹਾਸ ਵਾਚਦਿਆਂ ਹੋਈਆਂ ਬੇਅੰਤ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਖਿਮਾ ਕਰਨੀਆਂ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਰੀ ਚਲਾਵਨ ਗਈ ਨਾ ਤਹਿਲੋ, ਧਰਤੇ ਸੀਤ ਉਤਰਿਓ ਗੁਰ ਪਹਿਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।